ਪੰਜਾਬੀ ਕੋਚਿੰਗ ਚੈਨਲ ਦੇਖ ਰਹੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ। ਦੋਸਤੋ, ਅਸੀਂ ਪੰਜਾਬੀ ਕੋਚਿੰਗ ਚੈਨਲ ਤੇ ਪੰਜਾਬੀ UGC ਨੈਟ ਤੇ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹਾਂ, ਜਿਸ ਲਈ ਅਸੀਂ ਪ੍ਰਸ਼ਨ ਉੱਤਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ, ਜਿਹੜੀ ਕਿ ਤੁਹਾਡੇ ਮਾਸਟਰ ਕੇਡਰ ਦੇ ਪੇਪਰ ਤੇ ਨਾਲ ਦੀ ਨਾਲ UGC ਨੈਟ ਪੰਜਾਬੀ ਦੇ ਪੇਪਰ ਵਿੱਚ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਹੈ। ਇੱਕ ਮੈਂ ਹੋਰ ਗੱਲ ਕਲੀਅਰ ਕਰ ਦੇਵਾਂ ਕਿ ਪੰਜਾਬੀ UGC ਨੈਟ ਦੇ ਵਿੱਚ ਪੇਪਰ ਦੇ ਵਿੱਚ ਪ੍ਰਸ਼ਨ ਜੋ ਹੈ ਥੋੜੇ ਲੈਂਥੀ ਕਿਸਮ ਦੇ ਆਉਂਦੇ ਆ, ਮਤਲਬ ਪੈਰਿਆਂ ਦੇ ਵਿੱਚ ਆਉਂਦੇ ਆ, ਪਰ ਇੱਥੇ ਪੈਰੇ ਲਿਖਣਾ ਸੰਭਵ ਨਹੀਂ ਹੈ। ਪਰ ਅਸੀਂ ਬਹੁਤ ਤੱਥਾਤਮਕ ਪ੍ਰਸ਼ਨ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਜਿਸ ਦੇ ਵਿੱਚੋਂ ਹੀ ਦੂਜੇ ਵੱਡੇ ਪ੍ਰਸ਼ਨ ਬਣਨੇ ਆ। ਸੋ ਜੋ ਮੈਂ ਪ੍ਰਸ਼ਨਾਂ ਦੇ ਬਾਰੇ ਡਿਸਕਸ ਕਰਦੀ ਹੁੰਦੀ ਹਾਂ, ਤੁਸੀਂ ਉਹ ਗੱਲ ਵੀ ਜ਼ਰੂਰ ਧਿਆਨ ਦੇ ਨਾਲ ਸੁਣਿਆ ਕਰੋ। ਅਸੀਂ ਇੱਥੇ ਸਿਰਫ ਪ੍ਰਸ਼ਨਾਂ ਦੇ ਆਨਸਰ ਰੱਟੇ ਨਹੀਂ ਲਾਉਣੇ, ਬਲਕਿ ਪ੍ਰਸ਼ਨ ਦੀ ਭਾਵਨਾ ਨੂੰ ਸਮਝਣਾ ਹੈ। ਤੇ ਤੁਹਾਡਾ ਪੰਜਾਬੀ UGC ਨੈਟ ਦਾ ਪੇਪਰ 21 ਜੂਨ 2023 ਨੂੰ ਹੋਣ ਜਾ ਰਿਹਾ ਹੈ। ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੀ ਪੜ੍ਹਾਈ ਲਗਾਤਾਰ ਕਰ ਰਹੇ ਹੋਵੋਗੇ ਤੇ ਪੰਜਾਬੀ ਕੋਚਿੰਗ ਚੈਨਲ ਤੇ ਜੋ ਵੀ ਵੀਡੀਓਜ਼ ਇੰਪੋਰਟੈਂਟ ਨੇ, ਥਿਊਰੀ ਲੈਕਚਰ ਵੀ ਇੱਥੇ ਪਏ ਨੇ, ਤੁਸੀਂ ਉਹ ਵੀ ਸੁਣ ਸਕਦੇ ਹੋ। ਤੇ ਦੋਸਤੋ, ਜਦੋਂ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਹੁੰਦਾ ਜਾਂ ਪੰਜਾਬੀ ਕੋਚਿੰਗ ਚੈਨਲ ਦੀ ਟੀਮ ਨਾਲ ਕੰਟੈਕਟ ਕਰਨਾ ਹੁੰਦਾ ਤਾਂ ਕਿਰਪਾ ਕਰਕੇ ਤੁਸੀਂ ਉਹਦੇ ਲਈ ਸਿਰਫ ਸਾਨੂੰ WhatsApp ਮੈਸੇਜ ਕਰਿਆ ਕਰੋ। ਕਈ ਵਾਰੀ ਅਸੀਂ ਕਾਲ ਲੈਣ ਲਈ ਉਪਲਬਧ ਨਹੀਂ ਹੁੰਦੇ, ਇਸ ਕਰਕੇ ਤੁਸੀਂ ਪਹਿਲਾਂ WhatsApp ਮੈਸੇਜ ਹੀ ਕਰਿਆ ਕਰੋ। ਤਾਂ ਅਸੀਂ ਸ਼ੁਰੂ ਕਰਦੇ ਹਾਂ ਜੀ। ਅੱਜ ਦਾ ਸਾਡਾ ਪ੍ਰਸ਼ਨ 81 ਨੰਬਰ ਤੋਂ। ਸਾਡੇ 80 ਪ੍ਰਸ਼ਨ ਪਹਿਲਾਂ ਹੋ ਚੁੱਕੇ ਆ, ਜਿਨ੍ਹਾਂ ਨੇ ਉਹ ਨਹੀਂ ਦੇਖੇ ਜ਼ਰੂਰ ਦੇਖਣ। ਸਾਹਿਤ ਦੇ ਇਤਿਹਾਸ ਦਾ ਮੁੱਖ ਉਦੇਸ਼ ਹੁੰਦਾ ਹੈ। ਸਾਹਿਤ ਦਾ ਇਤਿਹਾਸ ਕਿਉਂ ਲਿਖਿਆ ਜਾਂਦਾ ਹੈ ਜੀ? ਸਾਹਿਤ ਦੀ ਇਤਿਹਾਸਕ ਮਹੱਤਤਾ ਦੱਸਣ ਲਈ, ਸਾਹਿਤ ਦੀ ਇਤਿਹਾਸਕ ਵਿਆਖਿਆ ਕਰਨ ਲਈ, ਸਾਹਿਤ ਦਾ ਤਤਕਾਲੀਨ ਪਰਿਸਥਿਤੀਆਂ ਵਿੱਚ ਮੁਲਾਂਕਣ ਕਰਨ ਲਈ, ਜਾਂ ਸਾਹਿਤ ਦੀ ਇਤਿਹਾਸਕ ਪਛਾਣ ਕਰਾਉਣ ਲਈ। ਦੋਸਤੋ, ਇਹਨਾਂ ਚਾਰਾਂ ਦੇ ਵਿੱਚੋਂ ਤੁਹਾਨੂੰ ਚਾਰੇ ਵੀ ਸਹੀ ਲੱਗ ਸਕਦੇ ਆ, ਪਰ ਅਸੀਂ ਜਿਹੜੀ ਜ਼ਿਆਦਾ ਇੰਪੋਰਟੈਂਟ ਚੀਜ਼ ਹੁੰਦੀ ਹੈ ਅਸੀਂ ਉਸ ਨੂੰ ਹੀ ਡਿਸਕਸ ਕਰਨਾ ਹੁੰਦਾ ਹੈ। ਸੋ ਇਸ ਕਰਕੇ ਸਾਹਿਤ ਦਾ ਤਤਕਾਲੀਨ ਪਰਿਸਥਿਤੀਆਂ ਦੇ ਵਿੱਚ ਮੁਲਾਂਕਣ, ਇਹ ਜਿਹੜਾ ਸਭ ਤੋਂ ਜ਼ਿਆਦਾ ਸਹੀ ਵਿਕਲਪ ਮੰਨਿਆ ਜਾ ਸਕਦਾ ਹੈ ਕਿ ਸਾਹਿਤ ਜਿਸ ਵਕਤ ਰਚਿਆ ਜਾ ਰਿਹਾ ਸੀ, ਉਸ ਵਕਤ ਜੋ ਤਤਕਾਲੀਨ ਪਰਿਸਥਿਤੀਆਂ ਸੀ ਉਹਦੇ ਅਨੁਸਾਰ ਮੁਲਾਂਕਣ ਕਰਨਾ। ਤਾਂ ਅਗਲਾ ਸਾਡਾ ਪ੍ਰਸ਼ਨ ਹੈ ਜੀ, ਸਾਹਿਤਕ ਤੈਤਕੀ ਦਾ ਸੰਬੰਧ ਕਿਸ ਨਾਲ ਹੈ? ਤੈਤਕੀ ਦਾ ਸੰਬੰਧ ਕਿਸ ਨਾਲ ਹੈ? ਸਾਹਿਤ ਦੀ ਸਾਹਿਤਕਤਾ ਨਾਲ, ਸਾਹਿਤ ਦੇ ਸਮਾਜਿਕ ਨਾਲ, ਸਾਹਿਤ ਸਿਰਜਣਾ ਨਾਲ, ਸਾਹਿਤ ਇਤਿਹਾਸ ਨਾਲ। ਦੋਸਤੋ, ਤੈਤਕੀ ਦਾ ਮਤਲਬ ਅਸੀਂ ਸਮਝ ਸਕਦੇ ਹਾਂ ਕਿ ਤੈਤਕੀ ਤਿਥੀ ਸ਼ਬਦ ਤੋਂ ਬਣਿਆ ਹੈ। ਸੋ ਤਿਥੀ ਜਾਂ ਮਿਤੀ, ਇਹਦਾ ਸੰਬੰਧ ਸਿੱਧਾ ਸਾਹਿਤ ਦੇ ਇਤਿਹਾਸ ਦੇ ਨਾਲ ਹੈ। ਠੀਕ ਹੈ। ਅੱਗੇ ਹੈ ਜੀ ਸਾਡੇ ਕੋਲੇ 84 ਨੰਬਰ ਪ੍ਰਸ਼ਨ। 83 ਨੰਬਰ ਪ੍ਰਸ਼ਨ। 83 ਨੰਬਰ ਪ੍ਰਸ਼ਨ ਹੈ, ਸਾਹਿਤ ਦਾ ਇਤਿਹਾਸ ਲਿਖਣ ਸਮੇਂ ਕਿਹੜੀ ਲਿਖਤ ਜ਼ਿਆਦਾ ਪ੍ਰਮਾਣਿਕ ਮੰਨੀ ਜਾ ਸਕਦੀ ਹੈ? ਦੋਸਤੋ, ਕਈ ਤਰ੍ਹਾਂ ਦੀਆਂ ਲਿਖਤਾਂ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਬੰਦੇ ਨੂੰ ਜਾਂ ਇਤਿਹਾਸਕਾਰ ਨੂੰ ਮਿਲਦੀਆਂ ਨੇ। ਉਹਦੇ ਵਿੱਚੋਂ ਸਭ ਤੋਂ ਪ੍ਰਮਾਣਿਕ ਲਿਖਤ ਕਿਹੜੀ ਹੋ ਸਕਦੀ ਹੈ? ਜਿਹੜੀ ਵਿਆਖਿਆਮਈ ਹੋਵੇ, ਜਿਸ ਤਰ੍ਹਾਂ ਕਿਸੇ ਜਿਵੇਂ ਇਕਾਦਸ਼ੀ ਮਹਾਤਮ ਦੀ ਸਾਨੂੰ ਵਿਆਖਿਆ ਕੀਤੀ ਹੋਈ ਮਿਲਦੀ ਹੈ, ਜਾਂ ਅਨੁਵਾਦਿਤ ਹੋਵੇ, ਜਾਂ ਉਹ ਨਿੱਜੀ ਲਿਖਤ ਹੋਵੇ, ਕਿ ਰਚਨਾ ਦਾ ਉਤਾਰਾ ਕੀਤਾ ਹੋਵੇ, ਕਿਤੋਂ ਕਾਪੀ ਕੀਤੀ ਹੋਵੇ। ਤਾਂ ਅਸੀਂ ਓਬਵੀਅਸ ਹੈ ਕਿ ਸਭ ਤੋਂ ਪ੍ਰਮਾਣਿਕ ਲਿਖਤ ਮੰਨਾਂਗੇ ਨਿੱਜੀ ਲਿਖਤ ਨੂੰ, ਜਿਹੜੀ ਲੇਖਕ ਨੇ ਖੁਦ ਲਿਖੀ ਹੋਵੇ, ਕਿਉਂਕਿ ਦੂਜੀਆਂ ਲਿਖਤਾਂ ਨੂੰ ਅਸੀਂ ਭਰੋਸੇਯੋਗ ਜ਼ਿਆਦਾ ਨਹੀਂ ਮੰਨ ਸਕਦੇ। ਅੱਗੇ ਹੈ ਜੀ ਸਾਡੇ ਕੋਲੇ 84 ਨੰਬਰ ਪ੍ਰਸ਼ਨ, ਸਾਹਿਤ ਦੀ ਇਤਿਹਾਸਕਾਰੀ ਦਾ ਪ੍ਰਮੁੱਖ ਉਦਾਹਰ ਹਨ। ਦੇਖੋ, ਸਾਹਿਤ ਦੀ ਇਤਿਹਾਸਕਾਰੀ ਕਿਸ ਦੇ ਸਿਰ ਤੇ ਕੀਤੀ ਜਾ ਸਕਦੀ ਹੈ? ਧਰਮ ਜਾਂ ਕਲਾ ਦੇ ਸਿਰ ਤੇ, ਇਤਿਹਾਸ ਦੇ ਸਿਰ ਤੇ, ਸਮਾਜ ਦੇ ਸਿਰ ਤੇ, ਜਾਂ ਸਾਹਿਤਕ ਕਿਰਤਾਂ ਦੇ ਸਿਰ ਤੇ? ਤਾਂ ਬਹੁਤ ਹੀ ਕਾਮਨ ਸੈਂਸ ਵਾਲਾ ਪ੍ਰਸ਼ਨ ਹੈ ਕਿ ਸਾਹਿਤਕ ਕਿਰਤਾਂ ਦੇ ਸਿਰ ਤੇ ਹੀ ਅਸੀਂ ਸਾਹਿਤ ਦੀ ਇਤਿਹਾਸਕਾਰੀ ਕਰਾਂਗੇ, ਕਿਉਂਕਿ ਧਰਮ ਕਲਾ ਜਿਹੜੇ ਹੈ ਉਹ ਸਮੁੱਚੇ ਸਾਹਿਤ ਦੀ ਨੁਮਾਇੰਦਗੀ ਨਹੀਂ ਕਰ ਸਕਦੇ। ਠੀਕ ਹੈ। ਜਿਵੇਂ ਅਸੀਂ ਜੇਕਰ ਪੰਜਾਬੀ ਸਾਹਿਤ ਦੀ ਗੱਲ ਕਰਨੀ ਹੋਵੇ ਤਾਂ ਪੰਜਾਬੀ ਸਾਹਿਤ ਸਿਰਫ ਸਿੱਖਾਂ ਦਾ ਨਹੀਂ ਹੈ, ਇਹਦੇ ਵਿੱਚ ਮੁਸਲਿਮ, ਹਿੰਦੂ ਵੀ ਸ਼ਾਮਲ ਨੇ। ਇਸ ਕਰਕੇ ਧਰਮ ਦੇ ਆਧਾਰ 'ਤੇ ਅਸੀਂ ਸਾਹਿਤ ਦੀ ਇਤਿਹਾਸਕਾਰੀ ਨਹੀਂ ਕਰ ਸਕਦੇ, ਨਿਰੋਲ ਇਤਿਹਾਸ ਦੇ ਆਧਾਰ 'ਤੇ ਵੀ ਨਹੀਂ ਕਰ ਸਕਦੇ, ਸਿਰਫ ਸਮਾਜ ਦੇ ਆਧਾਰ 'ਤੇ ਨਹੀਂ ਕਰ ਸਕਦੇ, ਬਲਕਿ ਜੋ ਸਾਨੂੰ ਸਾਹਿਤਕ ਕਿਰਤ ਮਿਲਦੀ ਹੈ, ਕਿਉਂਕਿ ਸਾਹਿਤਕ ਕਿਰਤ ਇੱਕ ਅਜਿਹੀ ਚੀਜ਼ ਹੁੰਦੀ ਹੈ ਜਿਹਦੇ ਵਿੱਚ ਸਾਰਾ ਕੁਝ ਸਮੇਟਿਆ ਜਾ ਸਕਦਾ ਹੈ। ਠੀਕ ਹੈ। ਜਿਵੇਂ ਹੀਰ ਦੀ ਗੱਲ ਕਰ ਲਈਏ ਤਾਂ ਹੀਰ ਦੇ ਵਿੱਚ ਸਮਾਜ ਦੀ ਗੱਲ ਵੀ ਹੈ, ਇਤਿਹਾਸ ਦੀ ਗੱਲ ਵੀ ਹੈ, ਧਰਮ ਦੀ ਗੱਲ ਵੀ ਹੈ, ਕਲਾ ਦੀ ਗੱਲ ਵੀ ਹੈ। ਅੱਗੇ ਹੈ ਜੀ 85 ਨੰਬਰ ਪ੍ਰਸ਼ਨ, ਸਾਹਿਤ ਦੀ ਕਾਲ ਵੰਡ ਦਾ ਕਿਹੜਾ ਆਧਾਰ ਜ਼ਿਆਦਾ ਪ੍ਰਮਾਣਿਕ ਮੰਨਿਆ ਜਾਂਦਾ ਹੈ? ਦੋਸਤੋ, ਕਾਲ ਵੰਡ ਦਾ ਕੀ ਮਤਲਬ ਹੁੰਦਾ ਹੈ ਕਿ ਸਾਹਿਤ ਨੂੰ ਕੁਝ ਹਿੱਸਿਆਂ ਦੇ ਵਿੱਚ, ਸਮੇਂ ਦੇ ਕੁਝ ਹਿੱਸਿਆਂ ਦੇ ਵਿੱਚ ਵੰਡ ਲੈਣਾ। ਠੀਕ ਹੈ। ਤਾਂ ਉਸ ਦਾ ਆਧਾਰ ਕਿਹੜਾ ਹੋਣਾ ਚਾਹੀਦਾ ਵੀ ਅਸੀਂ ਕਿਵੇਂ ਉਹਨਾਂ ਨੂੰ ਵੰਡੀਏ? ਕੀ ਅਸੀਂ ਕਿਸੇ ਸ਼ਖਸੀਅਤ ਦੇ ਆਧਾਰ 'ਤੇ ਵੰਡੀਏ, ਜਾਂ ਅਸੀਂ ਕਿਸੇ ਰਾਜਨੀਤਿਕ ਲਹਿਰ ਦੇ ਆਧਾਰ 'ਤੇ ਵੰਡੀਏ? ਤਾਂ ਸਾਡੇ ਕੋਲ ਜਿਹੜੀਆਂ ਆਪਸ਼ਨ ਇਹਨਾਂ 'ਚੋਂ ਵੇਖਦੇ ਹਾਂ, ਸਭ ਤੋਂ ਜ਼ਿਆਦਾ ਸਹੀ ਕਿਹੜੀ ਹੋ ਸਕਦੀ ਹੈ? ਕਿ ਸਮਾਜਿਕ ਵਿਸ਼ਲੇਸ਼ਣ ਦੇ ਆਧਾਰ 'ਤੇ ਸਾਨੂੰ ਵੰਡ ਕਰਨੀ ਚਾਹੀਦੀ ਹੈ, ਜਾਂ ਸਾਹਿਤਕ ਪ੍ਰਵਿਰਤੀ ਦੇ ਆਧਾਰ 'ਤੇ ਵੰਡ ਕਰਨੀ ਚਾਹੀਦੀ ਹੈ, ਜਾਂ ਰਾਜਸੀ ਧਾਰਮਿਕ ਲਹਿਰਾਂ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ, ਜਾਂ ਲੇਖਕਾਂ ਦੇ ਕਾਲਕ੍ਰਮ ਅਨੁਸਾਰ ਕਰਨੀ ਚਾਹੀਦੀ ਹੈ?
ਦੋਸਤੋ ਹਾਲਾਂਕਿ ਇਹ ਸਾਰੇ ਹੀ ਤਰੀਕੇ ਵਰਤੇ ਗਏ ਆ ਸਾਹਿਤ ਦਾ ਇਤਿਹਾਸ ਲਿਖਣ ਦੇ ਵਿੱਚ, ਪਰ ਸਭ ਤੋਂ ਇੰਪੋਰਟੈਂਟ ਜਾਂ ਸਭ ਤੋਂ ਜਿਹੜਾ ਵਧੀਆ ਮੰਨਿਆ ਜਾ ਸਕਦਾ ਉਹ ਹੈ ਜੀ ਸਾਹਿਤਕ ਪ੍ਰਵਿਰਤੀ, ਕਿ ਕਿਹੜੀਆਂ ਪ੍ਰਵਿਰਤੀਆਂ ਸਾਹਿਤ ਦੇ ਵਿੱਚ ਚੱਲਦੀਆਂ ਰਹੀਆਂ। ਜਿਸ ਤਰ੍ਹਾਂ ਅਸੀਂ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਵੇਖਦੇ ਹਾਂ, ਪਹਿਲਾਂ ਰੋਮਾਂਸ ਰਹੱਸਵਾਦੀ ਪ੍ਰਵਿਰਤੀ ਭਾਈ ਵੀਰ ਸਿੰਘ ਹੋਰਾਂ ਤੋਂ ਚੱਲਦੀ ਹੈ, ਫਿਰ ਅਸੀਂ ਪ੍ਰਗਤੀਵਾਦ ਵੱਲ ਆ ਜਾਂਦੇ ਹਾਂ, ਪ੍ਰਗਤੀਵਾਦ ਤੋਂ ਪ੍ਰਯੋਗਵਾਦ ਆਉਂਦਾ, ਪ੍ਰਯੋਗਵਾਦ ਤੋਂ ਬਾਅਦ ਉੱਤਰ ਆਧੁਨਿਕਤਾਵਾਦ ਆਉਂਦਾ। ਇਸ ਤਰ੍ਹਾਂ ਵਾਦਾਂ ਦੇ ਅਨੁਸਾਰ ਮਤਲਬ ਪ੍ਰਵਿਰਤੀਆਂ ਦੇ ਅਨੁਸਾਰ ਵੰਡਣਾ ਸਭ ਤੋਂ ਸਹੀ ਰਹਿੰਦਾ ਏ, ਠੀਕ ਹੈ, ਪ੍ਰਮਾਣਿਕ ਮੰਨਿਆ ਜਾਂਦਾ ਏ। ਅੱਗੇ 86 ਨੰਬਰ ਪ੍ਰਸ਼ਨ ਹੈ ਜੀ, ਸਾਹਿਤ ਦੇ ਇਤਿਹਾਸ ਦੇ ਵਿਦਵਾਨਾਂ ਦੀ ਵੱਡੀ ਸਮੱਸਿਆ ਕੀ ਹੈ? ਵੱਡੀ ਸਮੱਸਿਆ ਕੀ ਆਉਂਦੀ ਉਹਨਾਂ ਨੂੰ ਸਾਹਿਤ ਦਾ ਇਤਿਹਾਸ ਲਿਖਣ ਸਮੇਂ? ਕਾਲਵੰਡ ਦਾ ਆਧਾਰ ਨਿਰਧਾਰਿਤ ਕਰਨਾ, ਕਾਲਵੰਡ ਦਾ ਸਮਾਂ ਨਿਰਧਾਰਿਤ ਕਰਨਾ, ਕਾਲਵੰਡ ਦਾ ਸਮਾਜ ਨਿਰਧਾਰਿਤ ਕਰਨਾ ਜਾਂ ਇਤਿਹਾਸ। ਦੋਸਤੋ ਕਾਲਵੰਡ ਦਾ ਆਧਾਰ ਤਾਂ ਅਸੀਂ ਨਿਰਧਾਰਿਤ ਕਰ ਲਿਆ ਪਹਿਲਾਂ, ਜਿਹੜੀ ਉੱਪਰ ਗੱਲ ਕੀਤੀ ਆ। ਤਾਂ ਫਿਰ ਦੂਸਰੀ ਸਮੱਸਿਆ ਉਹਨਾਂ ਨੂੰ ਆਉਂਦੀ ਵੰਡ ਦਾ ਸਮਾਂ ਨਿਰਧਾਰਿਤ ਕਰਨਾ। ਕਹਿਣ ਦਾ ਭਾਵ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਰਹੱਸਵਾਦੀ ਪ੍ਰਵਿਰਤੀ ਚੱਲੀ, ਠੀਕ ਹੈ, ਪਰ ਹੁਣ ਇਹਦੇ ਵਿੱਚ ਸਮੱਸਿਆ ਇਹ ਆ ਜਾਂਦੀ ਹੈ ਵੀ ਰਹੱਸਵਾਦੀ ਪ੍ਰਵਿਰਤੀ ਕਿੰਨਾ ਚਿਰ ਚੱਲੀ ਆ? ਕੀ ਪੂਰਨ ਸਿੰਘ ਤੇ ਆ ਕੇ ਖਤਮ ਹੋ ਗਈ? ਕੀ ਦੀਵਾਨ ਸਿੰਘ ਕਾਲੇ ਪਾਣੀ ਤੇ ਆ ਕੇ ਖਤਮ ਹੋ ਗਈ? ਪਰ ਇੱਥੋਂ ਅਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹਾਂ, ਜਿਵੇਂ ਭਾਈ ਵੀਰ ਸਿੰਘ ਦੇ ਜੋ ਕਵਿਤਾਵਾਂ ਦੇ ਵਿਸ਼ੇ ਹੈ ਉਹ ਤਾਂ ਅੱਜ ਕੱਲ੍ਹ ਵੀ ਕੋਈ ਨਾ ਕੋਈ ਕਵੀ ਤੁਹਾਨੂੰ ਮਿਲ ਹੀ ਜਾਊਗਾ ਜਿਹੜਾ ਉਸ ਤਰ੍ਹਾਂ ਦੀ ਕਵਿਤਾਵਾਂ ਲਿਖਦਾ ਹੋਊਗਾ, ਰੱਬ ਨਾਲ ਸੰਬੰਧਿਤ, ਕੁਦਰਤ ਨਾਲ ਸੰਬੰਧਿਤ। ਤਾਂ ਇਹਦਾ ਮਤਲਬ ਤਾਂ ਇਹ ਵੀ ਹੋ ਗਿਆ ਕਿ ਰਹੱਸਵਾਦੀ ਪ੍ਰਵਿਰਤੀ ਅੱਜ ਤੱਕ ਵੀ ਚੱਲ ਰਹੀ ਹੈ, ਪਰ ਫਿਰ ਵੀ ਸਾਨੂੰ ਇਸ ਦਾ ਸਮਾਂ ਨਿਰਧਾਰਿਤ ਕਰਨਾ ਹੀ ਪੈਂਦਾ ਹੈ ਕਿ ਨਹੀਂ ਬਈ ਇੱਥੇ ਆ ਕੇ ਇਸ ਪ੍ਰਵਿਰਤੀ ਦਾ ਅੰਤ ਹੋ ਗਿਆ ਸੀ, ਠੀਕ ਹੈ। ਤਾਂ ਇਹਦਾ ਮਤਲਬ ਇਹੀ ਸਭ ਤੋਂ ਵੱਡੀ ਉਹਨਾਂ ਦੀ ਸਮੱਸਿਆ ਹੁੰਦੀ ਹੈ ਵੀ ਉਹ ਸਮਾਂ ਕਿੱਥੋਂ ਤੱਕ ਨਿਰਧਾਰਿਤ ਕਰਨ। ਅੱਗੇ ਹੈ ਜੀ, ਸਾਹਿਤ ਅਧਿਐਨ ਦਾ ਪ੍ਰਮੁੱਖ ਸਰੋਕਾਰ ਕੀ ਹੁੰਦਾ ਹੈ? ਜਦੋਂ ਅਸੀਂ ਸਾਹਿਤ ਦਾ ਅਧਿਐਨ ਕਰਦੇ ਹਾਂ, ਮੰਨ ਲਓ PhD ਰਾਹੀਂ ਕਰਦੇ ਹਾਂ ਜਾਂ ਆਪਦੇ ਪੱਧਰ 'ਤੇ ਕਰਦੇ ਹਾਂ, ਤਾਂ ਇਹਦਾ ਮੁੱਖ ਸਰੋਕਾਰ ਮਤਲਬ ਕਿਉਂ ਕਰਦੇ ਹਾਂ ਅਸੀਂ? ਰਚਨਾ ਦੇ ਪਾਠਕ ਨਾਲ ਹੁੰਦਾ ਇਹਦਾ ਸਰੋਕਾਰ, ਜਾਂ ਰਚਨਾ ਦੇ ਲੇਖਕ ਨਾਲ ਹੁੰਦਾ, ਜਾਂ ਰਚਨਾ ਦੇ ਆਲੋਚਕ ਨਾਲ ਹੁੰਦਾ, ਜਾਂ ਰਚਨਾ ਦੇ ਪਾਠ ਪ੍ਰਬੰਧ ਨਾਲ ਹੁੰਦਾ? ਤਾਂ ਬਿਲਕੁਲ ਚੌਥਾ ਨੰਬਰ ਇਹਦਾ ਸਹੀ ਹੈ ਜੀ, ਕਿਉਂਕਿ ਅਸੀਂ ਰਚਨਾ ਦੇ ਪਾਠਕ ਤੋਂ ਕੀ ਲੈਣਾ ਹੁੰਦਾ? ਰਚਨਾ ਦੇ ਪਾਠਕ ਤਾਂ ਬਹੁਤ ਸਾਰੇ ਹੋ ਸਕਦੇ ਆ, ਰਚਨਾ ਦੇ ਲੇਖਕ ਤੋਂ ਵੀ ਅਸੀਂ ਜ਼ਿਆਦਾ ਕੁਛ ਨਹੀਂ ਲੈਣਾ ਦੇਣਾ ਹੁੰਦਾ, ਠੀਕ ਹੈ। ਵਾਰਸ ਦੀ ਹੀਰ ਜਿਹੜੀ ਹੈ ਉਹ ਵਾਰਸ ਕਰਕੇ ਉਹਦੀ ਗੱਲ ਨਹੀਂ ਹੁੰਦੀ, ਬਲਕਿ ਰਚਨਾ ਦੇ ਪਾਠ ਪ੍ਰਬੰਧ ਕਰਕੇ, ਮਤਲਬ ਕਿਹੋ ਜਿਹੀ ਲਿਖੀ ਗਈ ਹੈ, ਉਹਦੇ ਵਿੱਚ ਕੀ ਸਾਨੂੰ ਮਿਲਦਾ ਹੈ, ਉਹਦੇ ਨਾਲ ਸਾਡਾ ਸਰੋਕਾਰ ਜ਼ਿਆਦਾ ਹੈ। ਅੱਗੇ ਹੈ ਜੀ 88 ਨੰਬਰ ਪ੍ਰਸ਼ਨ, ਵਿਰੋਧ ਵਿਕਾਸ ਤੇ ਸਾਹਿਤ। ਵਿਰੋਧ ਵਿਕਾਸ ਤੇ ਸਾਹਿਤ ਪੁਸਤਕ ਵਿੱਚ ਪੰਜਾਬੀ ਵਿੱਚ ਕਿਸ ਨੇ ਲਿਖੀ ਹੈ? ਦੋਸਤੋ ਚਾਰ ਤੁਹਾਨੂੰ ਮੈਂ ਵਿਕਲਪ ਦੇ ਰਹੀ ਹਾਂ, ਗੁਰਬਖਸ਼ ਸਿੰਘ ਫਰੈਂਕ, ਤਰਲੋਕ ਸਿੰਘ ਕੰਵਰ, ਡਾਕਟਰ ਅਤਰ ਸਿੰਘ, ਡਾਕਟਰ ਕਿਸ਼ਨ ਸਿੰਘ। ਇਹਨਾਂ 'ਚੋਂ ਕਿਸ ਨੇ ਲਿਖੀ ਹੋ ਸਕਦੀ ਹੈ? ਤੁਸੀਂ ਵੀ ਆਪਣੇ ਮਨ 'ਚ ਅੰਦਾਜ਼ਾ ਲਾ ਸਕਦੇ ਹੋ। ਚਲੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਲਿਖੀ ਗੁਰਬਖਸ਼ ਸਿੰਘ ਫਰੈਂਕ ਹੋਰਾਂ ਨੇ। ਤਾਂ ਦੋਸਤੋ ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਵੀ ਗੱਲ ਕੀਤੀ ਸੀ, ਕਈ ਵਾਰੀ ਕਿਸੇ ਪ੍ਰਸ਼ਨ ਦਾ ਉੱਤਰ ਮੇਰੇ ਤੋਂ ਗਲਤ ਵੀ ਦਿੱਤਾ ਜਾ ਸਕਦਾ ਹੈ, ਤਾਂ ਤੁਸੀਂ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਜੇਕਰ ਸਹੀ ਕਰੋਗੇ ਤਾਂ ਸਾਨੂੰ ਉਸ ਦੀ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਅਤੇ ਕਿ ਤੁਸੀਂ ਸਾਡੀਆਂ ਵੀਡੀਓਜ਼ ਨੂੰ ਧਿਆਨ ਨਾਲ ਸੁਣ ਰਹੇ ਹੋ, ਠੀਕ ਹੈ। ਅੱਗੇ ਹੈ ਜੀ, ਸਾਹਿਤ ਇਤਿਹਾਸਕਾਰ ਵਿੱਚ ਕਿਹੜਾ ਗੁਣ ਨਹੀਂ ਹੋਣਾ ਚਾਹੀਦਾ? ਦੱਸੋ ਜੀ। ਵੈਸੇ ਤਾਂ ਕਿਸੇ ਬੰਦੇ ਦੇ ਵਿੱਚ ਸਾਰੇ ਗੁਣ ਜਿੰਨੇ ਵੀ ਹੋਣ ਘੱਟੋ ਘੱਟ ਹੀ ਹੈ, ਪਰ ਫਿਰ ਵੀ ਸਾਹਿਤ ਦੇ ਇਤਿਹਾਸਕਾਰ ਦੇ ਵਿੱਚ ਕਿਹੜਾ ਗੁਣ ਨਹੀਂ ਹੋਣਾ ਚਾਹੀਦਾ? ਦੋਸਤੋ ਬਹੁਤ ਸਾਰੇ ਦੋਸਤ ਇਹ ਗਲਤੀ ਕਰਦੇ ਆ ਕਿ ਪੇਪਰ ਦੇ ਵਿੱਚੋਂ ਨਹੀਂ ਵਰਗੇ ਸ਼ਬਦ, ਹੀ ਵਰਗੇ ਸ਼ਬਦ, ਵੀ ਵਰਗੇ ਸ਼ਬਦ ਪੜ੍ਹਦੇ ਹੀ ਨਹੀਂ, ਜਦੋਂ ਕਿ ਪ੍ਰਸ਼ਨ ਦੀ ਪੂਰੀ ਭਾਵਨਾ ਹੀ ਉਸ 'ਤੇ ਖੜੀ ਹੁੰਦੀ ਆ। ਹੁਣ ਇਹਦੇ ਵਿੱਚ ਕਿਹੜਾ ਗੁਣ ਨਹੀਂ ਹੋਣਾ ਚਾਹੀਦਾ ਲਿਖਣ ਦੱਸਣਾ, ਅਸੀਂ ਕਿਹੜਾ ਗੁਣ ਹੋਣਾ ਚਾਹੀਦਾ ਉਹ ਨਹੀਂ ਦੱਸਣਾ। ਇਹਦੇ ਵਿੱਚ ਕੀ ਉਹ ਖੋਜੀ ਹੋਣਾ ਚਾਹੀਦਾ ਬਿਲਕੁਲ, ਆਲੋਚਕ ਹੋਣਾ ਚਾਹੀਦਾ, ਵਿਦਵਾਨ ਹੋਣਾ ਹੀ ਚਾਹੀਦਾ, ਪਰ ਉਸਨੂੰ ਉਦਾਰਵਾਦੀ ਨਹੀਂ ਹੋਣਾ ਚਾਹੀਦਾ। ਉਦਾਰਵਾਦੀ ਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਨਾਲ ਲਿਹਾਜ਼ ਕਰ ਜਾਵੇ। ਮੰਨ ਲਓ ਕਿਸੇ ਨੇ ਕੋਈ ਕਵਿਤਾਵਾਂ ਬਹੁਤ ਮਾੜੀਆਂ ਲਿਖੀਆਂ, ਪਰ ਉਸ ਨੂੰ ਸਾਹਿਤ ਦੇ ਇਤਿਹਾਸ ਦੇ ਵਿੱਚ ਉਸ ਨੂੰ ਵੀ ਬਹੁਤ ਵਧਾ ਚੜ੍ਹਾ ਕੇ ਦੱਸੀ ਜਾਵੇ ਕਿ ਇਸ ਨੇ ਬਹੁਤ ਵਧੀਆ ਲਿਖੀਆਂ ਨੇ, ਬਿਲਕੁਲ ਨਹੀਂ। ਉਸਨੂੰ ਆਲੋਚਕ ਬਣ ਕੇ ਉਸ ਦੀ ਆਲੋਚਨਾ ਬਿਲਕੁਲ ਉਵੇਂ ਕਰ ਦੇਣੀ ਚਾਹੀਦੀ ਹੈ ਜਿਹੋ ਜਿਹੀ ਉਹਦੀ ਰਚਨਾ ਹੈਗੀ। ਉਹਨੂੰ ਉਦਾਰਵਾਦੀ ਨਹੀਂ ਰਹਿਣਾ ਚਾਹੀਦਾ, ਲਿਬਰਲ ਨਹੀਂ ਹੋਣਾ ਚਾਹੀਦਾ ਜ਼ਿਆਦਾ। 90 ਨੰਬਰ ਪ੍ਰਸ਼ਨ ਹੈ ਜੀ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਮੋਢੀ ਕੌਣ ਹੈ? ਹਾਂਜੀ, ਸਭ ਤੋਂ ਪਹਿਲਾਂ ਕਿਸ ਨੇ ਗੱਲ ਤੋਰੀ ਸੀ ਸਾਹਿਤ ਦਾ ਇਤਿਹਾਸ ਲਿਖਣ ਦੀ? ਡਾਕਟਰ ਮੋਹਨ ਸਿੰਘ ਦੀਵਾਨਾ, ਮੌਲਾ ਬਖਸ਼ ਕੁਸ਼ਤਾ, ਬਾਬਾ ਬੁੱਧ ਸਿੰਘ, ਸੁਰਿੰਦਰ ਸਿੰਘ ਕੋਹਲੀ। ਤਾਂ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲੇ ਸਾਡੇ ਆਲੋਚਕ ਤੇ ਇਤਿਹਾਸਕਾਰ ਬਾਬਾ ਬੁੱਧ ਸਿੰਘ ਹੀ ਹਨ। ਹਾਂਜੀ, ਅੱਗੇ 91 ਨੰਬਰ ਪ੍ਰਸ਼ਨ, ਧਰਮ ਦੇ ਆਧਾਰ 'ਤੇ ਕਿਸ ਨੇ ਪੰਜਾਬੀ ਸਾਹਿਤ ਦੀ ਵੰਡ ਕੀਤੀ? ਤੇ ਧਰਮ ਦੇ ਆਧਾਰ 'ਤੇ ਸਾਹਿਤ ਦਾ ਇਤਿਹਾਸ ਲਿਖਿਆ ਸੀ ਇਹਨਾਂ 'ਚੋਂ ਚਾਰਾਂ 'ਚੋਂ ਇੱਕ ਬੰਦਾ ਹੈ ਪਿਆਰਾ ਸਿੰਘ ਭੋਗਲ, ਬਨਾਰਸੀ ਦਾਸ ਜੈਨ, ਸੁਰਿੰਦਰ ਸਿੰਘ ਨਰੂਲਾ, ਜੀਤ ਸਿੰਘ ਜੋਸ਼ੀ। ਤਾਂ ਇਹ ਪ੍ਰਸ਼ਨ ਤੁਹਾਡੇ ਹਵਾਲੇ ਹੈ ਜੀ, ਇਸ ਦਾ ਉੱਤਰ ਤੁਸੀਂ ਦਿਓਗੇ। 91 ਨੰਬਰ ਪ੍ਰਸ਼ਨ, ਧਰਮ ਦੇ ਆਧਾਰ 'ਤੇ ਪੰਜਾਬੀ ਸਾਹਿਤ ਦੀ ਵੰਡ ਕਰਨ ਵਾਲਾ ਇਤਿਹਾਸਕਾਰ। ਅੱਗੇ ਹੈ ਜੀ 92 ਨੰਬਰ ਪ੍ਰਸ਼ਨ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਮੁੱਢ ਵਿੱਚ ਕਿਸ ਤਰ੍ਹਾਂ ਦੀ ਸੀ? ਹਾਂਜੀ,
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਮੁੱਢ ਵਿੱਚ ਕਿਸ ਤਰ੍ਹਾਂ ਦੀ ਸੀ? ਕੀ ਉਹਦੇ ਵਿੱਚ ਭਾਰੂ ਸੀ? ਕੀ ਉਹ ਵਿਗਿਆਨਕ ਸੀ? ਕੀ ਉਹ ਸੁਹਿਰਦ ਸੀ? ਕੀ ਉਹ ਧਾਰਮਿਕ ਸੀ? ਕੀ ਉਹ ਪ੍ਰਸ਼ੰਸਾਵਾਦੀ ਸੀ? ਤਾਂ ਇਹ ਬਿਲਕੁਲ ਪ੍ਰਸ਼ੰਸਾਵਾਦੀ ਸੀ ਕਿ ਉਹਨਾਂ ਨੇ ਸਿਰਫ ਪ੍ਰਸ਼ੰਸਾ ਕੀਤੀ ਸੀ, ਬਲਕਿ ਕੋਈ ਆਲੋਚਨਾਤਮਕ ਟਿੱਪਣੀਆਂ ਨਹੀਂ ਕੀਤੀਆਂ ਸੀ। ਕਿਹਨਾਂ ਨੇ? ਬਾਵਾ ਬੁੱਧ ਸਿੰਘ ਨੇ। ਉੱਪਰ ਅਸੀਂ ਗੱਲ ਕਰਕੇ ਆਏ ਹਾਂ ਵੀ ਇਹਨਾਂ ਨੇ ਮੋਢੀ ਇਹ, ਤਾਂ ਮੁੱਢ ਦੇ ਵਿੱਚ ਇਹਨਾਂ ਨੇ ਕੀ ਕੀਤਾ, ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ, ਕਿੱਸੇ ਇਕੱਠੇ ਕਰਕੇ ਉਹਨਾਂ ਦੇ ਜਿਹੜੇ ਹੈਗੇ ਲੇਖਕਾਂ ਦੇ ਨਾਮ ਦੱਸੇ, ਉਹਨਾਂ ਦੇ ਲੇਖਕਾਂ ਦੇ ਜੀਵਨ ਬਾਰੇ ਦੱਸਿਆ ਅਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ। ਜ਼ਿਆਦਾ ਉਹਨਾਂ ਨੇ ਆਲੋਚਨਾਤਮਕ ਟਿੱਪਣੀਆਂ ਨਹੀਂ ਕੀਤੀਆਂ। ਅੱਗੇ ਹੈ ਜੀ, ਬੰਬੀਹਾ ਬੋਲ ਪੁਸਤਕ ਦਾ ਲਿਖਾਰੀ ਕੌਣ ਹੈ? ਇਹ ਵੀ ਪ੍ਰਸ਼ਨ ਤੁਹਾਡੇ ਹਵਾਲੇ ਹੈ ਜੀ, 93 ਨੰਬਰ ਪ੍ਰਸ਼ਨ। ਇਹ ਬਹੁਤ ਸੌਖੇ ਪ੍ਰਸ਼ਨ ਨੇ। ਮੈਂ ਆਸ ਕਰਦੀ ਹਾਂ ਕਿ ਜੇਕਰ ਤੁਸੀਂ ਇਸ ਪੇਪਰ ਦੀ ਨਿੱਠ ਕੇ ਤਿਆਰੀ ਕਰਨ ਲੱਗੇ ਹੋ ਤਾਂ ਇਹੋ ਜਿਹੇ ਨਿੱਕੇ ਨਿੱਕੇ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਤਾਂ ਉਂਗਲਾਂ 'ਤੇ ਰਟੇ ਹੋਣਗੇ, ਇਹ ਮੈਂ ਆਸ ਕਰ ਰਹੀ ਹਾਂ। ਬੰਬੀਹਾ ਬੋਲ ਪੁਸਤਕ ਦਾ ਲਿਖਾਰੀ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਗੋਪਾਲ ਦਰਦੀ, ਕਿ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ? ਤਾਂ ਤੁਸੀਂ ਧਿਆਨ ਨਾਲ ਇਸ ਪ੍ਰਸ਼ਨ ਨੂੰ ਨੋਟ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਲਿਖੋ ਜੀ। ਅੱਗੇ ਹੈ ਜੀ ਸਾਡਾ 94 ਨੰਬਰ ਪ੍ਰਸ਼ਨ। ਪੰਜਾਬੀ ਸਾਹਿਤ ਦਾ ਆਰੰਭ ਕਿਸ ਤੋਂ ਮੰਨਿਆ ਜਾਂਦਾ ਹੈ? ਹਾਂਜੀ, ਵੈਸੇ ਤਾਂ ਪੰਜਾਬੀ ਸਾਹਿਤ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਦਾ ਉੱਤਰ ਆਉਣਾ ਹੀ ਚਾਹੀਦਾ, ਪਰ ਫਿਰ ਵੀ ਆਪਾਂ ਦੱਸ ਦਿੰਦੇ ਹਾਂ। ਕੀ ਗੁਰੂ ਨਾਨਕ ਸਾਹਿਬ ਤੋਂ ਮੰਨਿਆ ਜਾਂਦਾ ਹੈ, ਬਾਬਾ ਫਰੀਦ ਜੀ ਤੋਂ ਮੰਨਿਆ ਜਾਂਦਾ ਹੈ, ਨਾਥ ਜੋਗੀਆਂ ਤੋਂ ਮੰਨਿਆ ਜਾਂਦਾ ਹੈ, ਜਾਂ ਅਮੀਰ ਖੁਸਰੋ ਤੋਂ? ਤਾਂ ਇਹਦਾ ਜਵਾਬ ਹੈ ਜੀ 2 ਨੰਬਰ, ਨਾਥ ਜੋਗੀਆਂ ਤੋਂ ਮੰਨਿਆ ਜਾਂਦਾ। ਅੱਗੇ ਹੈ ਜੀ, ਨਾਨਕ ਕਾਲ ਦਾ ਸਮਾਂ ਕਿੰਨਾ ਹੈ? ਨਾਨਕ ਕਾਲ ਦਾ ਸਮਾਂ ਕਿੰਨਾ ਚਿਰ ਚੱਲਿਆ, ਜਾਂ ਇਤਿਹਾਸ ਦੇ ਵਿੱਚ ਕਿੰਨੇ ਸਾਲ ਚੱਲਿਆ ਹੈ? ਕੀ ਇਹ 100 ਸਾਲ ਹੈ, 200 ਸਾਲ ਹੈ, 300 ਸਾਲ ਹੈ, ਜਾਂ 500 ਸਾਲ ਹੈ? ਤਾਂ ਦੋਸਤੋ ਇਹ 200 ਸਾਲ ਮੰਨਿਆ ਜਾਂਦਾ, 1500 ਤੋਂ ਲੈ ਕੇ 1700 ਈਸਵੀ ਤੱਕ, ਕਿਉਂਕਿ 1700 ਤੋਂ ਬਾਅਦ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਜੋਤੀ ਜੋਤ ਉਹ ਸਮਾ ਜਾਂਦੇ ਆ, ਤਾਂ ਉਸ ਦੇ ਨਾਲ ਹੀ ਗੁਰੂ ਨਾਨਕ ਕਾਲ ਦਾ ਅੰਤ ਹੋ ਜਾਂਦਾ ਹੈ। ਅੱਗੇ ਹੈ ਜੀ, 1900 ਤੋਂ ਲੈ ਕੇ 1950 ਤੱਕ ਦਾ ਸਾਹਿਤ ਕਿਸ ਤਰ੍ਹਾਂ ਦੀ ਕਾਲ ਵੰਡ ਹੈ? ਜੇਕਰ ਕਿਸੇ ਇਤਿਹਾਸਕਾਰ ਨੇ ਇਸ ਤਰ੍ਹਾਂ ਵੰਡ ਕੀਤੀ ਹੋਵੇ ਵੀ 1900 ਤੋਂ ਲੈ ਕੇ 1950 ਤੱਕ ਦਾ ਸਾਹਿਤ, ਤਾਂ ਇਸ ਨੂੰ ਅਸੀਂ ਕਿਸ ਤਰ੍ਹਾਂ ਦੀ ਕਾਲ ਵੰਡ ਕਵਾਂਗੇ? ਰਾਜਨੀਤਿਕ ਕਵਾਂਗੇ, ਜਾਂ ਕੈਲੰਡਰ ਮਿਤੀਆਂ ਅਨੁਸਾਰ ਕਵਾਂਗੇ, ਜਾਂ ਸਮਾਜਿਕ ਲਹਿਰਾਂ ਅਨੁਸਾਰ ਕਵਾਂਗੇ, ਜਾਂ ਉਪਰੋਕਤ ਸਾਰੇ ਸਹੀ ਹੈ? ਤੇ ਦੋਸਤੋ ਅਸੀਂ ਇਸ ਨੂੰ ਕੈਲੰਡਰ ਦੀਆਂ ਮਿਤੀਆਂ ਅਨੁਸਾਰ ਕਹਾਂਗੇ, ਠੀਕ ਹੈ। ਜੇਕਰ ਰਾਜਨੀਤਿਕ ਹੁੰਦਾ ਤਾਂ ਅਸੀਂ ਕਹਿਣਾ ਸੀ ਅੰਗਰੇਜ਼ੀ ਕਾਲ, ਮੁਗਲ ਕਾਲ, ਇਸ ਤਰ੍ਹਾਂ ਦੇ ਨਾਮ ਲੈਣੇ ਸੀ। ਜੇ ਸਮਾਜਿਕ ਲਹਿਰਾਂ ਅਨੁਸਾਰ ਹੁੰਦਾ ਤਾਂ ਅਸੀਂ ਨਾਮ ਲੈਣੇ ਸੀ ਜਿਵੇਂ ਗਦਰ ਲਹਿਰ ਦਾ ਸਾਹਿਤ, ਭਾਰਤ ਛੱਡੋ ਅੰਦੋਲਨ ਵੇਲੇ ਦਾ ਸਾਹਿਤ, ਇਸ ਤਰ੍ਹਾਂ ਦਾ। ਪਰ ਇਹ ਸਿੱਧਾ ਸੰਨ ਦੇ ਨਾਮ ਲਿਖੇ ਨੇ 1900 ਤੋਂ ਲੈ ਕੇ 1950 ਤੱਕ, ਤੇ ਇਹਦਾ ਮਤਲਬ ਇਹ ਕੈਲੰਡਰ ਮਿਤੀਆਂ ਅਨੁਸਾਰ ਨੇ। ਹਾਂਜੀ, ਅੱਗੇ 97 ਨੰਬਰ ਪ੍ਰਸ਼ਨ। ਪੰਜਾਬੀ ਸਾਹਿਤ ਵਿੱਚ ਆਧੁਨਿਕਤਾ ਦਾ ਆਰੰਭ ਕਦੋਂ ਹੁੰਦਾ ਹੈ ਜੀ? ਦੋਸਤੋ ਪਹਿਲੀ ਗੱਲ, ਤੁਸੀਂ ਆਧੁਨਿਕਤਾ ਬਾਰੇ ਪੜ੍ਹ ਲੈਣਾ ਹੈ। ਇੰਗਲਿਸ਼ ਦੇ ਵਿੱਚ, ਪੰਜਾਬੀ, ਹਿੰਦੀ ਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ ਜਿਹਦੇ ਵਿੱਚ ਆਧੁਨਿਕਤਾ ਬਾਰੇ ਗੱਲਬਾਤ ਕੀਤੀ ਹੁੰਦੀ ਹੈ ਵੀ ਆਧੁਨਿਕਤਾ ਕਿਸ ਨੂੰ ਕਹਿੰਦੇ ਆ। ਤਾਂ ਅਸੀਂ ਗੱਲ ਕਰਾਂਗੇ ਕਿ ਪੰਜਾਬੀ ਸਾਹਿਤ ਦੇ ਵਿੱਚ ਆਧੁਨਿਕਤਾ ਦਾ ਆਰੰਭ ਕਦੋਂ ਮੰਨਿਆ ਜਾਂਦਾ ਹੈ? 1800 ਈਸਵੀ ਤੋਂ ਬਾਅਦ, ਜਾਂ ਭਾਈ ਵੀਰ ਸਿੰਘ ਤੋਂ ਮੰਨਿਆ ਜਾਂਦਾ ਹੈ, ਜਾਂ 1860 ਤੋਂ ਬਾਅਦ ਮੰਨਿਆ ਜਾਂਦਾ ਹੈ, ਜਾਂ 1900 ਤੋਂ ਬਾਅਦ ਮੰਨਿਆ ਜਾਂਦਾ ਹੈ? ਦੋਸਤੋ ਇਹ ਮੰਨਿਆ ਜਾਂਦਾ 1860 ਈਸਵੀ ਤੋਂ ਬਾਅਦ। 1860 ਈਸਵੀ ਤੋਂ ਬਾਅਦ ਬਹੁਤ ਸਾਰੇ ਜਿਹੜੇ ਈਸਾਈ ਮਿਸ਼ਨਰੀ ਉਹਨਾਂ ਨੇ ਚੀਜ਼ਾਂ ਨੂੰ ਛਪਵਾ ਕੇ, ਅਨੁਵਾਦ ਕਰਕੇ, ਜਾਂ ਆਪਣੇ ਪੱਧਰ 'ਤੇ ਵੰਡਣਾ ਲਿਖਣਾ ਸ਼ੁਰੂ ਕਰ ਦਿੱਤਾ ਸੀ। ਤਾਂ ਅੰਗਰੇਜ਼ਾਂ ਦੇ ਆਉਣ ਨਾਲ ਸਾਡੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ ਆਧੁਨਿਕਤਾ ਦਾ ਪ੍ਰਵੇਸ਼ ਹੋ ਗਿਆ ਸੀ। ਹਾਂਜੀ, 98 ਕਿਹੜਾ ਕਿੱਸਾਕਾਰ ਗੁਰੂ ਨਾਨਕ ਕਾਲ ਦਾ ਨਹੀਂ ਹੈਗਾ? ਗੁਰੂ ਨਾਨਕ ਕਾਲ ਉੱਪਰ ਜਿਵੇਂ ਅਸੀਂ ਗੱਲ ਕਰਕੇ ਆਏ ਹਾਂ 1500 ਤੋਂ ਲੈ ਕੇ, ਠੀਕ ਹੈ, ਇਹ ਹੈਗਾ 1700 ਈਸਵੀ ਤੱਕ ਦਾ। ਤਾਂ ਇਹਨਾਂ 'ਚੋਂ ਕਿਹੜਾ ਨਹੀਂ ਹੈਗਾ, ਉਸ ਕਾਲ ਦੇ ਵਿੱਚ ਨਹੀਂ ਆਇਆ ਜਿਹੜਾ? ਕੀ ਦਮੋਦਰ ਹੈ, ਅਹਿਮਦ ਹੈ, ਪੀਲੂ ਹੈ, ਜਾਂ ਅਹਿਮਦ ਯਾਰ ਹੈ? ਤਾਂ ਹੁਣ ਜਦੋਂ ਮੈਂ ਤੁਹਾਨੂੰ ਸਮਾਂ ਉੱਪਰ ਦੱਸਤਾ ਹੈ ਤਾਂ ਤੁਸੀਂ ਇਸ ਦਾ ਵੀ ਉੱਤਰ ਦੇਣਾ ਹੈ ਕਿ ਕਿਹੜਾ ਕਿੱਸਾਕਾਰ ਗੁਰੂ ਨਾਨਕ ਕਾਲ ਦਾ ਨਹੀਂ ਹੈਗਾ। ਤਾਂ ਬਹੁਤ ਸੌਖਾ ਇਹਦਾ ਆਨਸਰ ਹੋ ਜਾਊਗਾ। ਤੁਸੀਂ ਗੂਗਲ ਤੋਂ ਵੀ ਸਰਚ ਮਾਰ ਕੇ ਲੱਭ ਸਕਦੇ ਹੋ ਕਿ ਦਮੋਦਰ ਕੀ ਉਸ ਕਾਲ ਦੇ ਵਿੱਚ ਆਉਂਦਾ, ਅਹਿਮਦ ਆਉਂਦਾ, ਪੀਲੂ ਆਉਂਦਾ, ਅਹਿਮਦ ਯਾਰ ਆਉਂਦਾ। ਜਿਹੜਾ ਇਹਨਾਂ 'ਚੋਂ ਨਹੀਂ ਆਉਂਦਾ ਤੁਸੀਂ ਉਸ ਦਾ ਆਨਸਰ ਲਿਖਣਾ ਹੈ। ਦੋਸਤੋ ਮੈਂ ਇਹ ਪ੍ਰਸ਼ਨ ਤੁਹਾਡੇ 'ਤੇ ਤਾਂ ਛੱਡ ਰਹੀ ਹਾਂ ਤਾਂ ਕਿ ਤੁਸੀਂ ਆਪਣੇ ਪੱਧਰ 'ਤੇ ਥੋੜ੍ਹੀ ਜਿਹੀ ਖੋਜ ਕਰਨ ਦੀ ਆਦਤ ਪਾਓ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਰਚ ਕਰੋਗੇ ਤਾਂ ਤੁਹਾਨੂੰ ਇਹਦੇ ਨਾਲ 4 ਲੇਖਕਾਂ ਦੇ ਜਿਹੜੇ ਹੈ ਜਨਮ ਤਰੀਕਾਂ ਪਤਾ ਲੱਗ ਜਾਣਗੀਆਂ। ਇੱਕ ਹੋਰ ਗੱਲ ਕਿ ਦਮੋਦਰ ਦੀ ਕੋਈ ਪੱਕੀ ਜਨਮ ਤਰੀਕ ਸਾਨੂੰ ਨਹੀਂ ਮਿਲਦੀ, ਫਿਰ ਵੀ ਕੁਝ ਅੰਦਾਜ਼ੇ ਜਿਹੇ ਮਿਲਦੇ ਆ, ਜਿਹੜੇ ਅੰਦਾਜ਼ੇ ਨੇ ਉਹਨਾਂ ਦੇ ਅਨੁਸਾਰ ਹੀ ਅਸੀਂ ਇਹਨਾਂ ਦੀ ਜਨਮ ਮਿਤੀ ਮੰਨ ਲੈਣੀ ਹੈ, ਠੀਕ ਹੈ। ਤਾਂ ਜਦੋਂ ਤੁਸੀਂ 4 ਦਾ ਅੱਡ ਸਰਚ ਕਰੋਗੇ ਤਾਂ ਤੁਹਾਨੂੰ 4 ਕਿੱਸਾ ਕਵੀਆਂ ਦੇ ਜਨਮ ਪਤਾ ਲੱਗ ਜਾਣਗੇ। ਤਾਂ ਇਹਦੇ ਨਾਲ ਤੁਹਾਡੇ 4 ਪ੍ਰਸ਼ਨ ਤਿਆਰ ਹੋ ਰਹੇ ਨੇ। ਅੱਗੇ ਹੈ ਜੀ, ਕਿਸ ਕਾਲ ਨੂੰ ਵਾਰਤਕ ਦੀ ਪ੍ਰਧਾਨਤਾ ਵਾਲਾ ਕਿਹਾ ਜਾ ਸਕਦਾ ਹੈ? ਦੋਸਤੋ ਵਾਰਤਕ ਸਭ ਤੋਂ ਵੱਧ ਕਿਸ ਕਾਲ ਦੇ ਵਿੱਚ ਲਿਖੀ ਜਾ ਰਹੀ ਹੈ? ਗੁਰੂ ਨਾਨਕ ਕਾਲ 'ਚ ਲਿਖੀ ਜਾ ਰਹੀ ਸੀ? ਬਿਲਕੁਲ ਨਹੀਂ, ਉਦੋਂ ਤਾਂ ਬਹੁਤ ਜ਼ਿਆਦਾ ਕਵਿਤਾ ਦਾ, ਗੁਰਬਾਣੀ ਦਾ ਜ਼ੋਰ ਸੀ। ਮੁਗਲ ਕਾਲ ਲਗਭਗ ਗੁਰੂ ਨਾਨਕ ਕਾਲ ਦੇ ਪੈਰਲਰ ਹੀ ਚੱਲਦਾ ਹੈ।
ਪੂਰਵ ਨਾਨਕ ਕਾਲ ਬਿਲਕੁਲ ਵੀ ਨਹੀਂ, ਉਦੋਂ ਵਾਰਤਕ ਲਿਖੀ ਜਾ ਰਹੀ ਸੀ। ਮਾੜੀ ਮੋਟੀ ਮਿਲਦੀ ਹੈ ਪਰ ਪ੍ਰਧਾਨ ਨਹੀਂ ਸੀ, ਤਾਂ ਅਸੀਂ ਕਵਾਂਗੇ ਆਧੁਨਿਕ ਕਾਲ। ਆਧੁਨਿਕ ਕਾਲ ਦੇ ਵਿੱਚ ਕਿੰਨੇ ਸਾਨੂੰ ਲੇਖ ਮਿਲ ਰਹੇ ਆ ਔਨਲਾਈਨ, ਫੇਸਬੁੱਕ 'ਤੇ ਕਿੰਨੇ ਲਿਖੇ ਜਾ ਰਹੇ ਆ ਲੇਖ, ਅਖਬਾਰਾਂ ਦੇ ਵਿੱਚ ਕਿੰਨੇ ਲਿਖੇ ਜਾ ਰਹੇ ਆ, ਰਸਾਲਿਆਂ 'ਚ ਕਿੰਨੇ ਲਿਖੇ ਜਾ ਰਹੇ ਆ। ਜ਼ਿਆਦਾਤਰ ਵਾਰਤਕ ਲਿਖੀ ਜਾ ਰਹੀ ਹੈ ਅਤੇ ਲੋਕਾਂ ਦੁਆਰਾ ਵੀ ਵਾਰਤਕ ਹੀ ਪਸੰਦ ਕੀਤੀ ਜਾ ਰਹੀ ਹੈ। ਕਿਸੇ ਕਹਾਣੀਆਂ 'ਚ ਲੋਕਾਂ ਦਾ ਵਿਸ਼ਵਾਸ ਓਨਾ ਨਹੀਂ ਰਿਹਾ, ਜਾਂ ਲੋਕ ਆਪਾਂ ਕਹਿ ਲਈਏ ਵੀ ਉਨੇ ਭੋਲੇ ਭਾਲੇ ਨਹੀਂ ਰਹੇ ਕਿ ਉਹ ਕਾਲਪਨਿਕ ਕਿਸੇ ਕਹਾਣੀਆਂ 'ਤੇ ਜ਼ਿਆਦਾ ਵਿਸ਼ਵਾਸ ਕਰਨਗੇ। ਅੱਗੇ ਹੈ ਜੀ 100 ਨੰਬਰ ਪ੍ਰਸ਼ਨ, ਕਿਸ ਵਿਦੇਸ਼ੀ ਲੇਖਕ ਨੇ ਪੰਜਾਬੀ ਸਾਹਿਤ ਨਾਮ ਦੀ ਪੁਸਤਕ ਲਿਖੀ? ਦੋਸਤੋ ਪੰਜਾਬੀ ਸਾਹਿਤ ਦਾ ਇਤਿਹਾਸ ਇੱਕ ਵਿਦੇਸ਼ੀ ਲੇਖਕ ਨੇ ਵੀ ਲਿਖਿਆ ਸੀ। ਕੀ ਉਹ ਡਾਕਟਰ ਗ੍ਰੀਅਰਸਨ ਸੀ? ਬਿਲਕੁਲ ਨਹੀਂ, ਕਿਉਂਕਿ ਗ੍ਰੀਅਰਸਨ ਉਹਨਾਂ ਨੇ ਭਾਸ਼ਾ ਦਾ ਸਰਵੇ ਕੀਤਾ ਸੀ। ਕੀ ਉਹ ਮੈਕਾਲਫ ਸੀ? ਕੀ ਉਹ ਦੋਸਤੋਵਸਕੀ ਸੀ? ਜਾਂ ਆਈ ਸੇਰੇਬਰੀਆਕੋਵ ਸੀ? ਤਾਂ ਇਸ ਦਾ ਜਵਾਬ ਹੈ ਜੀ ਆਈ ਸੇਰੇਬਰੀਆਕੋਵ। ਆਈ ਸੇਰੇਬਰੀਆਕੋਵ ਜਿਹੜੇ ਨੇ ਉਹ ਰੂਸੀ ਵਿਦਵਾਨ ਸੀਗੇ। ਤਾਂ ਇਹਨਾਂ ਨੇ ਜਿਹੜੀ ਇਹ ਉੱਪਰਲੀ ਪੁਸਤਕ ਹੈ ਪੰਜਾਬੀ ਸਾਹਿਤ, ਤਾਂ ਇਹ ਲਿਖੀ ਸੀ ਸਭ ਤੋਂ ਪਹਿਲਾਂ ਰੂਸੀ 'ਚ 1968 'ਚ ਲਿਖੀ ਸੀ ਇਹਨਾਂ ਨੇ। ਫਿਰ ਇਹਨਾਂ ਦੀ ਇਸ ਪੁਸਤਕ ਦਾ ਅਨੁਵਾਦ ਇੱਕ ਅੰਗਰੇਜ਼ ਨੇ ਅੰਗਰੇਜ਼ੀ 'ਚ ਕਰਤਾ ਸੀ। ਫਿਰ 1971 ਦੇ ਵਿੱਚ ਇਸ ਕਿਤਾਬ ਨੂੰ ਲਿਖਿਆ ਗਿਆ ਪੰਜਾਬੀ ਦੇ ਵਿੱਚ, 1971 ਤੁਸੀਂ ਯਾਦ ਰੱਖ ਲੈਣਾ, ਠੀਕ ਹੈ। ਕਈ ਵਾਰੀ ਕ੍ਰਮਵਾਰ ਲਾਉਣ ਵਾਸਤੇ ਆ ਜਾਂਦੀਆਂ ਹੁੰਦੀਆਂ ਕਿਤਾਬਾਂ, ਤਾਂ ਉਦੋਂ ਜੇਕਰ ਸਾਨੂੰ ਕਿਸੇ ਕਿਤਾਬ ਦਾ ਸੰਨ ਚੇਤੇ ਆ ਤਾਂ ਅਸੀਂ ਕ੍ਰਮਵਾਰ ਈਜ਼ੀਲੀ ਲਗਾ ਸਕਦੇ ਹਾਂ। ਇਸ ਲਈ ਤੁਸੀਂ ਇਹ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਕਿ ਕੋਈ ਕਿਤਾਬ ਦਾ ਨਾਮ ਯਾਦ ਕਰਦੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਕਿਹੜੇ ਇਰਾ ਦੇ ਵਿੱਚ ਲਿਖੀ ਗਈ ਹੈ। ਹਾਂਜੀ, ਅੱਗੇ ਹੈ ਜੀ ਪੰਜਾਬੀ ਅਦਬ ਦੀ ਮੁਕਤਸਰ ਤਵਾਰੀਖ। ਇਹਨਾਂ ਦਾ ਲੇਖਕ ਕੌਣ ਹੈ? ਇਹ ਬੜਾ ਤੁਹਾਨੂੰ ਉਰਦੂ ਜਿਹਾ ਨਾਮ ਲੱਗ ਰਿਹਾ ਹੋਊਗਾ, ਅਤੇ ਇਸ ਤੋਂ ਸਾਨੂੰ ਇਹ ਵੀ ਲੱਗ ਸਕਦਾ ਹੈ ਕਿ ਇਸ ਦਾ ਲੇਖਕ ਕੋਈ ਮੁਸਲਮਾਨ ਹੋਊਗਾ। ਅਬਦੁਲ ਗਫੂਰ ਕੁਰੈਸ਼ੀ, ਮੁਹੰਮਦ ਆਸਫ, ਮੌਲਾ ਬਖਸ਼ ਕੁਸ਼ਤਾ ਕਿ ਮੋਹਨ ਸਿੰਘ ਦੀਵਾਨਾ? ਜੋ ਦੋਸਤੋ ਇਸ ਦਾ ਲੇਖਕ ਮੋਹਨ ਸਿੰਘ ਦੀਵਾਨਾ ਹੈ, ਪੰਜਾਬੀ ਦਾ ਬਹੁਤ ਸਿਰਮੌਰ ਸ਼ਾਇਰ ਜਿਨ੍ਹਾਂ ਨੇ ਪੰਜਾਬੀ ਸਾਹਿਤ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਹਾਂਜੀ, ਆ ਪਿਛਲੇ ਦਿਨ ਹੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੀਗੀ, ਪਰਸੋਂ ਦੀ ਹੋਈ ਗੱਲ ਹੈ। ਉਸ ਵਕਤ ਮੈਂ ਇਹ ਕਿਤਾਬ ਦੇਖੀ ਅਤੇ ਇਸ ਕਰਕੇ ਮੈਂ ਪ੍ਰਸ਼ਨ ਵੀ ਸ਼ਾਮਲ ਕਰ ਲਿਆ ਕਿ ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ, ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ ਪੁਸਤਕ ਕਿਸ ਨੇ ਲਿਖੀ ਹੈ? 1952 'ਚ ਲਿਖੀ ਹੈ। ਡਾਕਟਰ ਹਰਕੀਰਤ ਸਿੰਘ, ਪ੍ਰੇਮ ਪ੍ਰਕਾਸ਼, ਮੋਹਨ ਸਿੰਘ ਦੀਵਾਨਾ, ਰਤਨ ਸਿੰਘ ਜੱਗੀ। ਤਾਂ ਦੋਸਤੋ ਇਹ ਪੁਸਤਕ ਮੈਨੂੰ ਬਹੁਤ ਹੈਰਾਨੀ ਹੋਈ ਸੀ ਕਿ ਮੋਹਨ ਸਿੰਘ ਦੀਵਾਨਾ ਹੋਰਾਂ ਨੇ ਲਿਖੀ ਹੈ, ਪੰਜਾਬੀ ਭਾਖਾ ਵਿਗਿਆਨ ਅਤੇ ਗੁਰਮਤਿ ਗਿਆਨ। ਹਾਂਜੀ, ਅੱਗੇ ਹੈ ਜੀ ਕਾਲ ਕਰਮ ਅਨੁਸਾਰ ਅਸੀਂ ਸਹੀ ਵਿਕਲਪ ਚੁਣਨਾ। ਹਾਂਜੀ, ਇਹ ਪ੍ਰਸ਼ਨ ਜਿਹੜੇ ਆ ਨੈੱਟ ਦੇ ਪੇਪਰ 'ਚ ਰਿਪੀਟਡਲੀ ਆ ਰਹੇ ਨੇ ਕਿ ਕਿਸੇ ਦਾ ਕਾਲ ਕਰਮ ਤੁਹਾਨੂੰ ਚੁਣਨ ਲਈ ਕਹਿ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਵਿਕਲਪ ਹੈ ਬੁੱਲੇ ਸ਼ਾਹ, ਗੁਰੂ ਅਰਜਨ ਦੇਵ ਜੀ, ਫਜ਼ਲ ਸ਼ਾਹ, ਗੁਰੂ ਗੋਬਿੰਦ ਸਿੰਘ ਜੀ। ਤਾਂ ਪਹਿਲੀ ਲਾਈਨ ਜਿਹੜੀ ਆ ਉਹ ਇਸ ਕਰਕੇ ਗਲਤ ਹੋ ਜਾਂਦੀ ਕਿਉਂਕਿ ਬੁੱਲੇ ਸ਼ਾਹ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਨਹੀਂ ਹੋਏ, ਠੀਕ ਹੈ, ਇਸ ਲਈ ਪਹਿਲਾ ਵਿਕਲਪ ਗਲਤ ਹੈ। ਦਮੋਦਰ, ਗੁਰੂ ਤੇਗ ਬਹਾਦਰ, ਸੁਲਤਾਨ ਬਾਹੂ, ਸ਼ਾਹ ਮੁਹੰਮਦ। ਤੀਜਾ ਹੈਗਾ ਸਾਡੇ ਕੋਲੇ ਗੁਲਾਮ ਫਰੀਦ, ਗੁਰੂ ਤੇਗ ਬਹਾਦਰ। ਗੁਲਾਮ ਫਰੀਦ ਗੁਰੂ ਤੇਗ ਬਹਾਦਰ ਤੋਂ ਪਹਿਲਾਂ ਨਹੀਂ ਹੋਏ, ਇਹ ਵੀ ਗਲਤ ਹੋ ਜਾਂਦਾ ਹੈ। ਵਾਰਿਸ ਗੁਰੂ ਨਾਨਕ ਤੋਂ ਪਹਿਲਾਂ ਨਹੀਂ ਹੋਏ, ਇਹ ਵੀ ਗਲਤ ਹੋ ਜਾਂਦਾ। ਬਚਿਆ ਸਾਡੇ ਕੋਲੇ ਸਿਰਫ ਦੂਸਰਾ। ਇਹਦੇ ਵਿੱਚ ਦਮੋਦਰ ਜਿਨ੍ਹਾਂ ਦੀ ਜਨਮ ਤਰੀਕ ਪਤਾ ਨਹੀਂ ਲੱਗਦੀ ਪਰ ਮੰਨਿਆ ਜਾਂਦਾ ਹੈ ਕਿ ਇਹ 1500 ਦੇ ਆਸ-ਪਾਸ ਹੋਏ ਨੇ। ਫਿਰ ਗੁਰੂ ਤੇਗ ਬਹਾਦਰ ਜਿਹੜੇ ਕਿ 1621 'ਚ ਹੋਏ ਹੈ। ਸੁਲਤਾਨ ਬਾਹੂ 1628 ਦੇ ਵਿੱਚ ਹੋਏ ਹੈ। ਸ਼ਾਹ ਮੁਹੰਮਦ ਜਿਹੜੇ ਹੈ ਸੁਲਤਾਨ ਬਾਹੂ ਤੋਂ ਮਗਰੋਂ ਹੋਏ ਆ, ਪਰ ਇਹਨਾਂ ਦੀ ਜਨਮ ਮਿਤੀ ਇੱਕਦਮ ਮੇਰੇ ਦਿਮਾਗ 'ਚ ਨਹੀਂ ਆ ਰਹੀ, ਪਰ ਸ਼ਾਹ ਮੁਹੰਮਦ ਮਗਰੋਂ ਹੀ ਹੋਏ ਆ ਕਿਉਂਕਿ ਸ਼ਾਹ ਮੁਹੰਮਦ ਸਾਨੂੰ ਪਤਾ ਹੈ ਕਿ ਰਣਜੀਤ ਸਿੰਘ ਕਾਲ ਦੇ ਵਿੱਚ ਹੋਏ ਨੇ, ਠੀਕ ਹੈ। ਤਾਂ ਇਸ ਲਈ ਇਹ ਵਾਲਾ ਜਿਹੜਾ ਬਿਲਕੁਲ ਸਹੀ ਹੈ। ਤਾਂ ਜੇਕਰ ਤੁਹਾਨੂੰ ਲੇਖਕਾਂ ਦੀ ਜਨਮ ਮਿਤੀਆਂ ਯਾਦ ਹੋਣਗੀਆਂ ਤਾਂ ਤੁਸੀਂ ਜ਼ਰੂਰ ਇਹੋ ਜਿਹੇ ਪ੍ਰਸ਼ਨ ਹੱਲ ਕਰ ਸਕੋਗੇ। ਹਾਂਜੀ, ਅੱਗੇ ਹੈਗਾ ਜੀ ਸਹੀ ਜੁੱਟ ਚੁਣਨਾ ਅਸੀਂ। ਬੁੱਲੇ ਸ਼ਾਹ ਕਾਫੀਆਂ, ਚੰਡੀ ਦੀ ਵਾਰ ਛੀ ਹਰਫੀ, ਹੀਰ ਵਾਰਸ ਕੋਰੜਾ ਛੰਦ, ਸੁਲਤਾਨ ਬਾਹੂ 12। ਤਾਂ ਇਹਦੇ 'ਚੋਂ ਸਹੀ ਜੁੱਟ ਅਸੀਂ ਤਾਂ ਚੁਣ ਸਕਾਂਗੇ ਜੇਕਰ ਸਾਨੂੰ ਗਲਤ ਪਤਾ ਹੋਣਗੇ। ਤਾਂ ਗਲਤ ਕੀ ਹੈ? ਚੰਡੀ ਦੀ ਵਾਰ ਛੀ ਹਰਫੀ ਨਹੀਂ ਹੈਗੀ, ਹੀਰ ਵਾਰਸ ਕੋਰੜਾ ਛੰਦ ਦੇ ਵਿੱਚ ਨਹੀਂ ਲਿਖੀ ਗਈ, ਸੁਲਤਾਨ ਬਾਹੂ ਨੇ ਵਾਰਾਂ ਨਹੀਂ ਲਿਖੀਆਂ। ਤਾਂ ਬਚਿਆ ਕੀ? ਬੁੱਲੇ ਸ਼ਾਹ ਕਾਫੀਆਂ। ਤਾਂ ਬੁੱਲੇ ਸ਼ਾਹ ਨੇ ਕਾਫੀਆਂ ਲਿਖੀਆਂ, ਸਾਨੂੰ ਪਤਾ ਹੀ ਹੈ। ਹਾਂਜੀ, ਅੱਗੇ ਪੰਜਾਬੀ ਸਾਹਿਤ ਦਾ ਰੂਪ ਮੂਲਕ ਇਤਿਹਾਸ ਕਿਸ ਸੰਸਥਾ ਨੇ ਤਿਆਰ ਕਰਵਾਇਆ? ਰੂਪ ਤੋਂ ਭਾਵ ਕਿ ਕਿਸ ਰੂਪ ਦੇ ਵਿੱਚ ਸਾਹਿਤ ਲਿਖਿਆ ਗਿਆ? ਕੀ ਉਹ ਕਹਾਣੀ ਲਿਖੀ ਗਈ ਹੈ? ਕੀ ਉਹ ਨਾਵਲ ਹੈ? ਕੀ ਉਹ ਨਾਟਕ ਹੈ? ਇਸ ਤਰ੍ਹਾਂ ਦਾ ਇਤਿਹਾਸ ਕਿਸ ਨੇ ਲਿਖਾਇਆ? ਭਾਸ਼ਾ ਵਿਭਾਗ ਪੰਜਾਬ ਨੇ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਪੰਜਾਬੀ ਅਕਾਦਮੀ ਦਿੱਲੀ ਨੇ। ਤਾਂ ਦੋਸਤੋ ਚੌਥਾ ਨੰਬਰ ਸਹੀ ਹੈ, ਪੰਜਾਬੀ ਅਕਾਦਮੀ ਦਿੱਲੀ, ਜਿਸ ਨੂੰ ਅਸੀਂ ਦਿੱਲੀ ਸਾਹਿਤ ਵਾਲੇ ਇਤਿਹਾਸ ਵੀ ਕਹਿੰਦੇ ਹਾਂ। 14 ਭਾਗਾਂ ਦੇ ਵਿੱਚ ਤਿਆਰ ਕਰਵਾਇਆ ਪੂਰਾ ਸੈੱਟ, ਜਿਹੜਾ ਕਿ ਰੂਪ ਮੂਲਕ ਹੈ, ਮਤਲਬ ਕਿ ਨਾਵਲ ਦਾ ਇਤਿਹਾਸ, ਕਹਾਣੀ ਦਾ ਇਤਿਹਾਸ, ਆਲੋਚਨਾ ਦਾ ਇਤਿਹਾਸ, ਖੋਜ ਦਾ ਇਤਿਹਾਸ, ਇਸ ਤਰ੍ਹਾਂ ਕਰਕੇ ਉਹਨਾਂ ਨੇ ਲਿਖਵਾਏ ਆ ਵੱਖ-ਵੱਖ ਵਿਦਵਾਨਾਂ ਤੋਂ। ਹਾਂਜੀ,
ਅੱਗੇ ਹੈ ਜੀ ਜਨਮ ਸਾਖੀ ਸੰਵਾਦ ਤੇ ਮਲੰਕਨ। ਜਨਮ ਸਾਖੀ ਸੰਵਾਦ ਤੇ ਮਲੰਕਨ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਇਹ ਇਹਨਾਂ ਚਾਰਾਂ ਦੇ ਵਿੱਚੋਂ ਸਵਿੰਦਰਜੀਤ ਸਿੰਘ ਸਾਗਰ ਦੀ ਕਿਤਾਬ ਹੈ। ਮੇਰੀ ਇਹ ਜਾਣਕਾਰੀ ਨੂੰ ਮੈਂ ਅੰਸ਼ਕ ਜਾਣਕਾਰੀ ਕਹਿ ਰਹੀ ਹਾਂ, ਵੈਸੇ 99% ਇਹ ਸਹੀ ਹੈ, ਪਰ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਕਿ ਜਨਮ ਸਾਖੀ ਸੰਵਾਦ ਤੇ ਮਲੰਕਨ ਕਿਸੇ ਹੋਰ ਦੀ ਕਿਤਾਬ ਹੈ, ਜੇ ਕਿਸੇ ਨੂੰ ਪੂਰਾ ਤੱਥਾਤਮਕ ਰੂਪ ਦੇ ਵਿੱਚ ਰਿਐਲਿਟੀ ਦੇ ਵਿੱਚ ਪਤਾ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਣ, ਨਹੀਂ ਤਾਂ ਇਸ ਦਾ ਜਵਾਬ ਸਵਿੰਦਰਜੀਤ ਸਿੰਘ ਸਾਗਰ ਹੀ ਹੈ 99% ਮੈਨੂੰ ਲੱਗਦਾ ਹੈ। ਹਾਂਜੀ, ਅੱਗੇ ਹੈ ਗੁਲਾਮ ਫਰੀਦ ਕਿਸ ਸਦੀ ਦਾ ਸੂਫੀ ਸ਼ਾਇਰ ਹੈ? ਗੁਲਾਮ ਫਰੀਦ। ਕਾਲੀ ਕਾਲੀ 'ਚ ਸਿਰਫ ਇਸ ਨੂੰ ਫਰੀਦ ਨਹੀਂ ਪੜ੍ਹ ਜਾਣਾ, ਜਿਹੜੇ ਕਾਲੀ ਕਾਲੀ 'ਚ ਫਰੀਦ ਪੜ੍ਹ ਜਾਣਗੇ ਉਹ ਤਾਂ 12ਵੀਂ ਸਦੀ ਟਿਕ ਕਰ ਦੇਣਗੇ, ਪਰ ਗੁਲਾਮ ਫਰੀਦ 12ਵੀਂ ਸਦੀ ਦੇ ਨਹੀਂ ਹੈਗੇ, 14ਵੀਂ ਦੇ ਨਹੀਂ ਹੈਗੇ, 20ਵੀਂ ਦੇ ਨਹੀਂ ਹੈਗੇ, 19ਵੀਂ ਸਦੀ ਦੇ ਨੇ। ਠੀਕ ਹੈ। ਹਾਂਜੀ, ਅੱਗੇ ਹੈ ਜੀ ਵੱਡਾ ਸਾਰਾ ਨਾਮ ਹੈ ਕਿੱਸੇ ਦਾ, ਹੌਲੀ ਹੌਲੀ ਪੜ੍ਹਾਂਗੇ ਆਪਾਂ ਇਸ ਨੂੰ। ਇਹ ਸੁਣ ਲੋ ਕਸਸ, ਮੈਨੂੰ ਤਾਂ ਕਹਿਣਾ ਨਹੀਂ ਆ ਰਿਹਾ, ਪਰ ਤੁਸੀਂ ਪੜ੍ਹ ਲਓ ਕਿ ਆਹ ਵਾਲਾ ਜਿਹੜਾ ਕਿੱਸਾ ਹੈ ਇਹ ਕਿਸ ਨੇ ਲਿਖਿਆ ਹੈ? ਅਹਿਮਦ ਯਾਰ ਨੇ, ਅਹਿਮਦ ਗੁੱਜਰ ਨੇ, ਅਹਿਮਦ ਸ਼ਾਹ ਅਬਦਾਲੀ ਨੇ ਕਿ ਅਹਿਮਦ ਸ਼ਾਹ ਗੌਰੀ ਨੇ? ਠੀਕ ਹੈ, ਆਹ ਨਾਮ ਮੈਂ ਆਪਦੇ ਕੋਲੋਂ ਬਣਾਇਆ, ਅਹਿਮਦ ਸ਼ਾਹ ਗੌਰੀ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਤਾਂ ਇਹ ਲਿਖਿਆ ਜੀ ਅਹਿਮਦ ਯਾਰ ਨੇ। ਠੀਕ ਹੈ। ਅੱਗੇ ਜੀ ਪੰਜਾਬੀ ਵਿੱਚ ਸਭ ਤੋਂ ਵੱਧ ਕਿੱਸੇ ਲਿਖਣ ਵਾਲਾ ਕਿੱਸਾਕਾਰ ਕੌਣ ਹੈ? ਪਤਾ ਤੁਹਾਨੂੰ? ਅਹਿਮਦ ਯਾਰ ਹੈ, ਵਾਰਿਸ ਹੈ, ਦਮੋਦਰ ਹੈ, ਅਹਿਮਦ ਗੁੱਜਰ ਹੈ, ਤਾਂ ਇਹ ਹੈਗਾ ਹੈ ਜੀ ਅਹਿਮਦ ਯਾਰ। ਇਹਨਾਂ ਨੇ 35 ਤੋਂ ਵੱਧ ਕਿੱਸੇ ਲਿਖੇ ਨੇ। ਠੀਕ ਹੈ, ਬਹੁਤ ਕਿੱਸੇ ਹੀ ਲਿਖਦੇ ਰਹੇ ਸਾਰੀ ਉਮਰ। ਅੱਗੇ ਹੈ ਜੀ ਵਾਰਿਸ ਸ਼ਾਹ ਸੁਖੰਦਾ ਵਾਰਿਸ ਕਿਤੇ ਨਾ ਅਟਕਿਆ ਵਲਿਆ, ਪਰਮਨ ਰਾਹੀ ਚੱਕੀ ਵਾਂਗੂ ਨਿੱਕਾ ਮੋਟਾ ਦਲਿਆ। ਇਸ ਤਰ੍ਹਾਂ ਦਾ ਲੇਖਕ ਕੌਣ ਹੈ? ਅਹਿਮਦ ਯਾਰ, ਪੀਲੂ, ਦਮੋਦਰ ਕਿ ਵਾਰਿਸ ਆਪ ਹੀ ਹੈ? ਇਹਦੇ ਵਿੱਚ ਹੁਣ ਵਾਰਿਸ ਦੀ ਤਾਰੀਫ ਕੀਤੀ ਹੋਈ ਹੈ, ਤਾਂ ਵਾਰਿਸ ਆਪ ਤਾਂ ਆਪਦੀ ਤਾਰੀਫ ਨਹੀਂ ਕਰ ਸਕਦਾ। ਦਮੋਦਰ ਤਾਂ ਨਹੀਂ ਕਰ ਸਕਦਾ ਕਿ ਦਮੋਦਰ ਪਹਿਲਾਂ ਹੋਏ ਆ ਵਾਰਿਸ ਤੋਂ, ਪੀਲੂ ਵੀ ਪਹਿਲਾਂ ਹੋਏ ਨੇ, ਤਾਂ ਕੀ ਫਿਰ ਬਚੇ ਨੇ ਸਾਡੇ ਕੋਲ ਅਹਿਮਦ ਯਾਰ, ਸਭ ਤੋਂ ਵੱਧ ਕਿੱਸੇ ਲਿਖਣ ਵਾਲੇ ਕਵੀ। ਤਾਂ ਇਹਨਾਂ ਨੇ ਬਹੁਤ ਸਾਰੀਆਂ ਟਿੱਪਣੀਆਂ ਪੁਰਾਣੇ ਕਿੱਸਾ ਕਵੀਆਂ ਬਾਰੇ ਕੀਤੀਆਂ ਨੇ। ਹਾਸ਼ਮ ਸੱਸੀ ਸੋਹਣੀ ਜੋੜੀ ਸਦ ਰਹਿਮਤ ਉਸਤਾਦੋਂ, ਪਰ ਦਿਲ ਵਿੱਚ ਵੱਡਾ ਤੁਜ਼ਬ ਆਵੇ ਸ਼ੀਰੀ ਤੇ ਫਰਹਦੋਂ। ਇਹ ਕਿਹਨੇ ਲਿਖੀ ਹੈ ਜੀ? ਇਸ ਤਰ੍ਹਾਂ ਇਹ ਕਿਹਨੇ ਲਿਖੀਆਂ? ਅਹਿਮਦ ਯਾਰ, ਵਾਰਿਸ, ਪੀਲੂ, ਹਾਸ਼ਮ। ਤਾਂ ਇਹ ਵੀ ਸਾਡੇ ਵਨ ਐਂਡ ਓਨਲੀ ਅਹਿਮਦ ਯਾਰ ਹੋਰਾਂ ਨੇ ਹੀ ਲਿਖੀਆਂ ਨੇ। ਠੀਕ ਹੈ। ਹਾਂਜੀ, ਅੱਗੇ ਚੱਲਦੇ ਹਾਂ। ਪ੍ਰਸ਼ਨ ਨੰਬਰ 112, ਕਿਸ ਗੁਰੂ ਸਾਹਿਬ ਨੇ ਸਿਰਫ ਸ਼ਲੋਕ ਰਚੇ ਹੈ ਜੀ? ਸਿਰਫ ਸ਼ਲੋਕ ਹੀ ਉਹਨਾਂ ਦੇ। ਪਹਿਲੇ ਗੁਰੂ ਸਾਹਿਬ, ਤੀਜੇ ਗੁਰੂ ਸਾਹਿਬ, ਚੌਥੇ ਗੁਰੂ ਸਾਹਿਬ, ਦੂਜੇ ਗੁਰੂ ਸਾਹਿਬ। ਤਾਂ ਹੁਣ ਪਹਿਲੀ ਗੱਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਹਿਲੇ ਕੌਣ ਹੈ, ਦੂਜੇ ਕੌਣ ਹੈ, ਤੀਜੇ ਕੌਣ ਹੈ। ਜੇ ਤੁਹਾਨੂੰ ਇਹ ਪਤਾ, ਫਿਰ ਇਹ ਪਤਾ ਹੋਣਾ ਚਾਹੀਦਾ ਵੀ ਕਿੰਨਾ ਨੇ ਸਿਰਫ ਸ਼ਲੋਕ ਹੀ ਲਿਖੇ ਆ। ਤਾਂ ਦੂਜੇ ਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਿਰਫ ਸ਼ਲੋਕ ਲਿਖੇ ਆ, ਦੂਜੇ ਗੁਰੂ ਸਾਹਿਬ ਨੇ, ਇਹਦਾ ਆਨਸਰ ਹੈ। ਅੱਗੇ ਹੈ ਜੀ ਗੁਰੂ ਨਾਨਕ ਅਤੇ ਯੋਗ ਦਰਸ਼ਨ। ਇਸ ਕਿਤਾਬ ਦਾ ਲੇਖਕ ਕੌਣ ਹੈ? ਰਣਧੀਰ ਸਿੰਘ ਚੰਦ, ਗੋਰਖ ਉਪਨਿਸ਼ਦ, ਇਕਾਦਸ਼ੀ ਮਹਾਤਮ ਦਾ ਰਚਨਹਾਰਾ ਜਿਹੜਾ, ਜਾਂ ਕੁਲਬੀਰ ਸਿੰਘ ਕਾਂਗ। ਇਸ ਦਾ ਆਨਸਰ ਹੈ ਜੀ ਰਣਧੀਰ ਸਿੰਘ ਚੰਦ। ਵਾਰਿਸ ਸ਼ਾਹ ਫਾਊਂਡੇਸ਼ਨ ਨੇ ਕਿਤਾਬ ਛਾਪੀ ਹੈ ਗੁਰੂ ਨਾਨਕ ਅਤੇ ਯੋਗ ਦਰਸ਼ਨ। ਅੱਗੇ ਹੈ ਜੀ ਵਹਿਦਤ ਉਲ ਵਜੂਦ ਦਾ ਕੀ ਭਾਵ ਹੈ? ਦੋਸਤੋ ਰਿਪੀਟਡਲੀ ਇਹ ਪ੍ਰਸ਼ਨ ਰਾਜਸਥਾਨ ਦੇ ਪੰਜਾਬੀ ਪੇਪਰਾਂ ਦੇ ਵਿੱਚ, ਹਰਿਆਣੇ ਦੇ ਪੰਜਾਬੀ ਪੇਪਰਾਂ ਦੇ ਵਿੱਚ ਤੇ ਪੰਜਾਬ ਦੇ ਪੰਜਾਬੀ ਪੇਪਰਾਂ ਦੇ ਵਿੱਚ ਆ ਰਿਹਾ ਹੈ। ਵਹਿਦਤ ਉਲ ਵਜੂਦ, ਇਹਦਾ ਮਤਲਬ ਕੀ ਹੈ? ਰੱਬ 7ਵੇਂ ਅਸਮਾਨ 'ਤੇ ਰਹਿੰਦਾ ਹੈ? ਨਹੀਂ। ਰੱਬ ਵਜੂਦ ਤੋਂ ਅਲੱਗ ਹੈ? ਨਹੀਂ। ਰੱਬ ਤਪ ਸਾਧਨਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ? ਨਹੀਂ। ਰੱਬ ਸਰਵ ਵਿਆਪਕ ਹੈ? ਯੈਸ। ਵਹਿਦਤ ਉਲ ਵਜੂਦ ਦਾ ਮਤਲਬ ਹੈ ਕਿ ਰੱਬ ਹਰ ਇੱਕ ਥਾਂ 'ਤੇ ਹੈ। ਸੂਫੀ ਮੱਤ ਵਿੱਚ ਦਰਵੇਸ਼ੀ ਤੋਂ ਕੀ ਭਾਵ ਹੈ? ਫਕੀਰਾਂ ਵਾਲਾ ਚੋਲਾ ਪਾਉਣਾ, ਭੁੱਖੇ ਰਹਿਣਾ, ਤੁਰੇ ਫਿਰਨਾ, ਜਾਂ ਦੁਨੀਆ ਤੋਂ ਬੇਨਿਆਜ਼ ਹੋ ਕੇ ਰੱਬੀ ਇਬਾਦਤ ਕਰਨੀ। ਤਾਂ ਇਸ ਦਾ ਚੌਥਾ ਨੰਬਰ ਸਹੀ ਹੈ ਜੀ, ਦੁਨੀਆ ਤੋਂ ਬੇਨਿਆਜ਼ ਹੋ ਕੇ ਰੱਬੀ ਇਬਾਦਤ ਕਰਨੀ। ਅੱਗੇ ਹੈ ਜੀ ਵਰਨਮਾਲਾ ਦੇ ਆਧਾਰ 'ਤੇ ਕਿਹੜਾ ਕਾਵਿ ਰੂਪ ਰਚਿਆ ਜਾਂਦਾ ਹੈ? ਸ਼ਲੋਕ, ਬਾਰਾਂਮਾਹਾ, ਕਾਫੀ, ਸੀਹਰਫੀ। ਬਾਰਾਂਮਾਹਾ ਤਾਂ ਮਹੀਨਿਆਂ ਦੇ ਨਾਮ ਅਨੁਸਾਰ ਰਚਿਆ ਜਾਂਦਾ ਹੈ। ਠੀਕ ਹੈ, ਤਾਂ ਬਚ ਗਿਆ ਸਾਡੇ ਕੋਲ ਸੀਹਰਫੀ। ਸੀਹਰਫੀ ਜਿਹੜਾ ਸੀ ਦਾ ਮਤਲਬ ਹੁੰਦਾ 30 ਅਤੇ ਹਰਫੀ ਦਾ ਮਤਲਬ ਹੁੰਦਾ ਅੱਖਰ। ਜਿਹੜੀ 30 ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਜਾਵੇ ਤਾਂ ਉਹ ਹੋ ਗਈ ਜੀ ਸਾਡੀ ਸੀਹਰਫੀ। ਅੱਗੇ ਹੈ ਜੀ ਇਸਤਰੀ ਨੂੰ ਬਾਗਣ ਕਿਸ ਨਾਥ ਨੇ ਕਿਹਾ? ਠੀਕ ਹੈ, ਬਹੁਤ ਇਸਤਰੀ ਵਿਰੋਧੀ ਗੱਲਾਂ ਕਰਨ ਵਾਲਾ ਬੰਦਾ ਕੌਣ ਹੈ ਇਹਨਾਂ 'ਚੋਂ? ਚਰਪਟ, ਰਤਨਨਾਥ, ਗੋਰਖਨਾਥ ਜਾਂ ਚਰੰਗੀਨਾਥ। ਤਾਂ ਇਹਨਾਂ 'ਚੋਂ ਗੋਰਖਨਾਥ ਨੇ ਇਸਤਰੀ ਨੂੰ ਬਾਗਣ ਕਿਹਾ। ਠੀਕ ਹੈ। ਅੱਗੇ ਹੈ ਜੀ ਮਰਸਾਂ ਮੂਲ ਨ ਮੁੜਸਾਂ ਰਾਹੂੰ, ਜਾਣ ਤਲੀ ਪਰ ਧਰਸਾਂ ਕਿਸ ਕਿੱਸੇ ਦੀਆਂ ਸਤਰਾਂ ਹਨ? ਮਰਸਾਂ ਮੂਲ ਨ ਮੁੜਸਾਂ ਰਾਹੂੰ, ਜਾਣ ਤਲੀ ਪਰ ਧਰਸਾਂ, ਇਹ ਕਿਸ ਕਿੱਸੇ ਦੀਆਂ ਹਨ? ਸੱਸੀ ਹਾਸ਼ਮ, ਸੋਹਣੀ ਫਜ਼ਲ ਸ਼ਾਹ, ਹੀਰ ਵਾਰਿਸ, ਮਿਰਜ਼ਾ ਪੀਲੂ। ਤਾਂ ਇਹ ਹੈ ਜੀ ਸੱਸੀ ਹਾਸ਼ਮ ਦੀਆਂ। ਠੀਕ। ਅੱਗੇ ਹੈ ਜੀ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫਿਰ ਨਾ ਜੁਨੀ ਆਇਆ ਜਿੰਨੇ ਗਾਇਆ। ਇਹ ਕੀ ਹੈ? ਮੰਗਲਾਚਰਨ ਹੈ, ਮਹਾਤਮ ਹੈ, ਜਾਂ ਵਸਤੂ ਨਿਰਦੋਸ਼ ਹੈ, ਜਾਂ ਕੋਈ ਵੀ ਨਹੀਂ। ਦੋਸਤੋ ਮੰਗਲਾਚਰਨ ਦਾ ਮਤਲਬ ਹੁੰਦਾ
ਜਿਹੜੀਆਂ ਸ਼ੁਰੂ ਦੇ ਵਿੱਚ ਚੀਜ਼ਾਂ ਆਉਣ, ਜਿਵੇਂ ਚੰਡੀ ਦੀ ਵਾਰ ਦੇ ਵਿੱਚ ਸ਼ੁਰੂ 'ਚ ਆਉਂਦੇ ਆ ਪ੍ਰਥਮ ਭਗਉਤੀ ਧਿਆਏ ਕੇ, ਠੀਕ ਹੈ। ਤਾਂ ਇਹ ਹੈਗਾ ਸਾਡਾ ਮਹਾਤਮ ਜਿਹੜਾ ਐਂਡ 'ਤੇ ਆਉਂਦਾ। ਐਂਡ 'ਤੇ ਮਹਾਤਮ ਦਾ ਮਤਲਬ ਹੁੰਦਾ ਜਿਹੜਾ ਰਚਨਾ ਦਾ ਮਹੱਤਵ ਦੱਸੇ ਵੀ ਇਹ ਕਿਉਂ ਜ਼ਰੂਰੀ ਹੈ। ਬੁੱਲੇ ਸ਼ਾਹ ਦੀ ਸੰਪਰਦਾਇ ਦੱਸੋ ਜੀ। 120 ਤੇ ਅਖੀਰਲਾ ਪ੍ਰਸ਼ਨ ਹੈ। ਸੋਹਰਾਵਾਦੀ, ਮਲਾਮਤੀ, ਕਾਦਰੀ ਤੇ ਨਕਸ਼ਬੰਦੀ। ਤੇ ਇਹ ਹੈਗਾ ਜੀ ਕਾਦਰੀ। ਤਾਂ ਇਹ ਸੀਗੇ ਜੀ ਸਾਡੇ ਅੱਜ ਦੀ ਪ੍ਰਸ਼ਨ ਉੱਤਰ ਲੜੀ ਦੇ 120 ਤੱਕ ਪ੍ਰਸ਼ਨ। ਜਿਨ੍ਹਾਂ ਨੇ ਪਿਛਲੇ ਨਹੀਂ ਦੇਖੇ ਉਹ ਜ਼ਰੂਰ ਦੇਖ ਲੈਣ। ਜਿਹੜੇ ਦੋਸਤ ਇਹ ਕਹਿੰਦੇ ਨੇ ਕਿ ਸਾਨੂੰ ਥਿਊਰੀ ਵਾਲੇ ਲੈਕਚਰ ਚਾਹੀਦੇ ਆ, ਤਾਂ ਦੋਸਤੋ ਥਿਊਰੀ ਵਾਲੇ ਲੈਕਚਰ ਅਸੀਂ ਆਲਰੇਡੀ ਬਣਾਏ ਹੋਏ ਆ, ਉਹ ਜਾ ਕੇ ਤੁਸੀਂ ਜ਼ਰੂਰ ਸੁਣ ਲਵੋ। ਇੱਕ ਮੈਂ ਹੋਰ ਦੱਸ ਦੇਵਾਂ, ਬਹੁਤ ਸਾਰੇ ਦੋਸਤਾਂ ਨੂੰ ਸਾਨੂੰ ਮੈਸੇਜ ਆਉਂਦੇ ਆ ਕਿ ਸਾਨੂੰ ਨੋਟਸ ਦਿੱਤੇ ਜਾਣ, ਤਾਂ ਸਾਡੇ ਕੋਲ ਕੋਈ ਵੀ ਨੋਟਸ ਉਪਲਬਧ ਨਹੀਂ ਹਨ ਜੀ। ਅਸੀਂ ਨਾ ਹੀ ਕੋਈ ਨੋਟਸ ਵੇਚਦੇ ਹਾਂ। ਅਸੀਂ ਤੁਹਾਡੀ ਸਿਰਫ ਤੇ ਸਿਰਫ ਵੀਡੀਓਜ਼ ਰਾਹੀਂ ਸਹਾਇਤਾ ਕਰ ਸਕਦੇ ਹਾਂ, ਅਤੇ ਵੀਡੀਓਜ਼ ਅਸੀਂ ਪਾ ਰਹੇ ਹਾਂ। ਸਾਡੇ ਕੋਲ ਇੱਕੋ ਇੱਕ ਸਾਧਨ ਹੈ। ਦੂਜਾ ਸਾਡਾ ਸਾਧਨ ਹੈ WhatsApp ਗਰੁੱਪ। ਇਹ ਦੋ ਤਰੀਕੇ ਨਾਲ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਪ੍ਰਸ਼ਨ ਹੋਵੇ ਤੁਸੀਂ WhatsApp ਮੈਸੇਜ 'ਤੇ ਪੁੱਛ ਸਕਦੇ ਹੋ। ਕਿਰਪਾ ਕਰਕੇ ਫੋਨ ਲਾਉਣ ਤੋਂ ਗਰੇਜ਼ ਕਰਿਓ ਜੀ, ਕਿਉਂਕਿ ਕਈ ਵਾਰੀ ਨਹੀਂ ਚੱਕਿਆ ਜਾਂਦਾ। ਬਹੁਤ ਬਹੁਤ ਧੰਨਵਾਦ।